ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਰੋਤਿਓ, ਵਿਚਾਰ ਕਰ ਰਹੇ ਸਾਂ ਹੋਏ ਇੱਕ ਸੈਮੀਨਾਰ ਤੇ ਜਿਹੜਾ ਪੰਥ ਰਤਨ ਸਰਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਿਜ਼ਮ ਬਹਾਦਰਗੜ੍ਹ ਪਟਿਆਲਾ ਵਿੱਚ 11 ਅਕਤੂਬਰ 2021 ਤੋਂ 15 ਅਕਤੂਬਰ 2021 ਤੱਕ ਹੋਇਆ। ਇਹ ਇੱਕ ਤਰ੍ਹਾਂ ਦੀ ਗੁਰਬਾਣੀ ਸੰਥਿਆ ਕਾਰਜਸ਼ਾਲਾ ਸੀ, ਜਿਸ ਵਿੱਚ ਗੁਰਬਾਣੀ ਉਚਾਰਨ ਸੰਬੰਧੀ ਕੁਝ ਨਵੇਂ ਫੈਸਲੇ ਲਏ ਗਏ, ਜਿਹੜੇ ਕਿ ਅੱਜ ਕੱਲ੍ਹ ਹੋ ਰਹੇ ਉਚਾਰਨ ਦੇ ਨਾਲ ਮੇਲ ਨਹੀਂ ਖਾਂਦੇ। ਇਸ ਤੋਂ ਪਹਿਲਾ ਭਾਗ ਇਸ ਦਾ YouTube ਉੱਤੇ ਅਪਲੋਡ ਕੀਤਾ ਜਾ ਚੁੱਕਾ ਅਤੇ ਇਹ ਇਸ ਦਾ ਅੱਜ ਦੂਸਰਾ ਭਾਗ ਹੈ। ਸੋ ਇਸ ਦੀ ਲੜੀ ਜੋੜਨ ਵਾਸਤੇ ਪਹਿਲਾ ਭਾਗ ਜਿਹੜਾ ਉਹ ਵੀ ਪੜ੍ਹ ਲੈਣਾ ਚਾਹੀਦਾ। ਤੋ ਅਸੀਂ ਵਿਚਾਰ ਕਰ ਰਹੇ ਸਾਂ ਇੱਥੇ ਊੜਾ 10 ਉੱਪਰ, ਜਿੱਥੇ ਕਿਹਾ ਗਿਆ ਸੀ ਕਾਰਜਸ਼ਾਲਾ ਵੱਲੋਂ ਕਿ ਕਿਸੇ ਵੀ ਬਾਹਰੀ ਉਚਾਰਨ ਸੇਧ ਦੀ ਲੋੜ ਨਹੀਂ। ਜਿਵੇਂ ਗੁਰਬਾਣੀ ਦੇ ਸ਼ਬਦ ਲਿਖੇ ਗਏ ਹਨ, ਉਹਨਾਂ ਨੂੰ ਉਸੇ ਤਰ੍ਹਾਂ ਪੜ੍ਹਿਆ ਜਾਵੇ, ਨਾ ਕਿਤੇ ਅਧਿਕ ਦੀ ਧੁਨੀ ਬੋਲੀ ਜਾਵੇ, ਨਾ ਕਿਤੇ ਪੈਰ ਬਿੰਦੀਆਂ ਵਾਲੇ ਜਿਹੜੇ ਚਿੰਨ੍ਹ ਹਨ, ਅਰਬੀ ਫਾਰਸੀ ਉਰਦੂ ਸੰਸਕ੍ਰਿਤ ਵਿੱਚੋਂ ਆਈਆਂ ਜਿਹੜੀਆਂ ਆਵਾਜ਼ਾਂ ਹਨ ਪੈਰ ਬਿੰਦੀ ਵਾਲੀਆਂ, ਨਾ ਇਹ ਬੋਲੀਆਂ ਜਾਣ, ਨਾ ਕਿਤੇ ਵਿਆਕਰਨਕ ਬਿੰਦੀ ਜਾਂ ਟਿੱਪੀ ਬੋਲੀ ਜਾਵੇ। ਇਹ ਫੈਸਲੇ ਜਿਹੜੇ ਆ ਇਸ ਕਾਰਜਸ਼ਾਲਾ ਵਿੱਚ ਕੀਤੇ ਗਏ ਸਨ। ਇਸ ਸੰਬੰਧ ਵਿੱਚ ਇਹ ਦੂਸਰਾ ਭਾਗ ਹੈ ਇਸ ਲੜੀ ਦਾ। ਉਦਾਹਰਨਾਂ ਚੱਲ ਰਹੀਆਂ ਸਨ, ਜਿਨ੍ਹਾਂ ਵਿੱਚ ਇਹ ਉਦਾਹਰਨਾਂ ਅਗਲੀਆਂ ਹਨ: ਬੰਨਾ ਅਤੇ ਬੰਨਾ। ਬੰਨਾ ਅਤੇ ਬੰਨਾ, ਇਹਨਾਂ ਦਾ ਬੋਲਣ ਵਿੱਚ ਵੀ ਅੰਤਰ ਹੈ, ਇਹਨਾਂ ਦੇ ਅਰਥਾਂ ਵਿੱਚ ਵੀ ਅੰਤਰ ਹੈ। ਜੇ ਇਹ ਦੋਵੇਂ ਸ਼ਬਦ ਇੱਕੋ ਤਰ੍ਹਾਂ ਬੋਲੇ ਜਾਣਗੇ ਤਾਂ ਇਹਨਾਂ ਦਾ ਜੋ ਅਸਲੀ ਭਾਵ ਹੈ ਇਕੱਲੇ ਇਕੱਲੇ ਦਾ, ਉਹ ਇੱਕ ਦੂਜੇ ਨਾਲ ਜੇ ਕੰਪੇਅਰ ਕਰੀਏ ਤਾਂ ਉਹ ਪ੍ਰਗਟ ਨਹੀਂ ਹੋਏਗਾ। ਇਹਦਾ ਅੰਤਰ ਪੈ ਸਕਦਾ ਹੈ। ਜਿਸ ਤਰ੍ਹਾਂ ਪਰਮੇਸ਼ਰ ਦਿੱਤਾ ਬੰਨਾ, ਗੁਰੂ ਗ੍ਰੰਥ ਸਾਹਿਬ ਪੰਨਾ 628 ਉੱਪਰ ਹੈ। ਦੂਜੀ ਉਦਾਹਰਨ ਵਿੱਚ ਹੈ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇਹ ਜਪਜੀ ਦੇ ਵਿੱਚੋਂ ਹੈ, ਗੁਰੂ ਗ੍ਰੰਥ ਸਾਹਿਬ ਪੰਨਾ 1। ਤੋ ਦੋਹਾਂ ਪੰਕਤੀਆਂ ਵਿੱਚ ਬੰਨਾ ਸ਼ਬਦ ਲਿਖਿਆ ਹੋਇਆ, ਪਰ ਇਹ ਬੰਨਾ ਸ਼ਬਦ ਜਿਹੜਾ ਇਹਦੇ ਵੱਖ-ਵੱਖ ਅਰਥ ਹਨ। ਪਹਿਲੀ ਜੋ ਉਦਾਹਰਨ ਹੈ, ਪਹਿਲੇ ਪ੍ਰਮਾਣ ਵਿੱਚ ਬੰਨਾ ਸ਼ਬਦ ਦਾ ਮਤਲਬ ਹੈ ਸਹਾਰਾ ਜਾਂ ਆਸਰਾ। ਦੂਸਰੀ ਉਦਾਹਰਨ ਜਿਹੜੀ ਹੈ ਜਪਜੀ ਵਾਲੀ, ਇਹਦੇ ਵਿੱਚ ਬੰਨਾ ਦਾ ਮਤਲਬ ਹੈ ਬੰਨਣਾ। ਅਤੇ ਜਦੋਂ ਅਸੀਂ ਬੰਨਣਾ ਕਹਿੰਦੇ ਹਾਂ ਤਾਂ ਇਸ ਬੰਨਾ ਸ਼ਬਦ ਦਾ ਉਚਾਰਨ ਵੀ ਬੰਨਾ ਬਣ ਜਾਂਦਾ, ਕਿਉਂਕਿ ਉਹ ਬੰਨਾ ਤੋਂ ਬੰਨਣਾ ਬਣਦਾ, ਬੰਨਣਾ। ਤਾਂ ਨੰਨੇ ਦੇ ਪੈਰ ਵਿੱਚ ਉਦਾਤ ਚਿੰਨ੍ਹ ਜਿਹੜਾ ਇੱਥੇ ਉਹਦੀ ਆਵਾਜ਼ ਕੱਢਣੀ ਜ਼ਰੂਰੀ ਹੈ ਦੂਜੀ ਉਦਾਹਰਨ ਵਿੱਚ। ਅਤੇ ਇਹ ਕਿਉਂ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ? ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਤ ਚਿੰਨ੍ਹ ਨੰਨੇ ਦੇ ਪੈਰ ਵਿੱਚ ਲੱਗਿਆ ਮਿਲਦਾ ਹੈ। ਜਿਵੇਂ ਦੋਹਾਂ ਤੁਕਾਂ ਵਿੱਚ ਬੰਨਾ ਸ਼ਬਦ ਹੈ, ਪਰ ਅਰਥ ਸਮਾਨ ਨਹੀਂ। ਪਹਿਲੀ ਤੁਕ ਵਿੱਚ ਬੰਨਾ ਦਾ ਮਤਲਬ ਹੈ ਸਹਾਰਾ, ਅਤੇ ਜੋ ਦੂਜੀ ਤੁਕ ਹੈ ਉਹਦੇ ਵਿੱਚ
ਬੰਨਣਾ ਦਾ ਮਤਲਬ ਹੈ ਬੰਨਣਾ। ਤੋ ਇਸ ਤਰ੍ਹਾਂ ਕਿਉਂਕਿ ਇਹਨਾਂ ਦੇ ਅਰਥ ਅਲੱਗ-ਅਲੱਗ ਹਨ ਦੋਹਾਂ ਪੰਕਤੀਆਂ ਵਿੱਚ, ਤੇ ਇਹਨਾਂ ਸ਼ਬਦਾਂ ਦਾ ਉਚਾਰਨ ਇੱਕ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਰਥਾਂ ਨੂੰ ਸਾਹਮਣੇ ਰੱਖਣਾ ਹੈ। ਪਰ ਕਾਰਜਸ਼ਾਲਾ ਵਿੱਚ ਫੈਸਲਾ ਕੀਤਾ ਗਿਆ ਅਰਥ ਬਾਅਦ ਦੀ ਗੱਲ ਹੈ, ਅਰਥ ਬਾਅਦ 'ਚ ਦੇਖਾਂਗੇ, ਪਹਿਲਾਂ ਤੁਸੀਂ ਜਿੱਦਾਂ ਲਿਖਿਆ ਉਸ ਤਰ੍ਹਾਂ ਬੋਲੋ, ਇਹ ਗੱਲ ਢੁੱਕਦੀ ਨਹੀਂ। ਸੋ ਪਹਿਲੀ ਤੁਕ ਵਿੱਚ ਉਚਾਰਨ ਹੈ ਬੰਨਾ। ਤੋ ਬੰਨਾ ਦਾ ਮਤਲਬ ਹੈ ਸਹਾਰਾ ਜਾਂ ਆਸਰਾ, ਸਪੋਰਟ। ਤੇ ਦੂਜੀ ਤੁਕ ਜਿਹੜੀ ਹੈ ਉਹਦੇ ਵਿੱਚ ਜਿਹੜਾ ਸ਼ਬਦ ਬੰਨਾ ਹੈ ਉਹਦਾ ਉਦਾਤ ਚਿੰਨ੍ਹ ਨਾਲ ਉਚਾਰਨ ਹੋਣਾ, ਕਿਉਂਕਿ ਉਹਦਾ ਅਰਥ ਉੱਥੇ ਸਹਾਰਾ ਨਹੀਂ, ਉੱਥੇ ਅਰਥ ਹੈ ਬੰਨਣਾ। ਤੋ ਇਸ ਤਰ੍ਹਾਂ ਇਹ ਜ਼ਰੂਰੀ ਹੈ ਕਿ ਸਾਨੂੰ ਇਹਨਾਂ ਦੇ ਅਰਥਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਉਚਾਰਨ ਵਿੱਚ। ਸਿੱਖ ਵਿਦਵਾਨਾਂ ਨੇ ਇਹ ਉਚਾਰਨ ਸੇਧ ਕਿੱਥੋਂ ਲਈ ਹੈ? ਬੰਨਣਾ ਅਰਥ ਵਾਲੇ ਜਿਹੜੇ ਸ਼ਬਦ ਹਨ, ਜਿਵੇਂ ਬੰਨ, ਇਹ 1092 ਪਰ ਸ਼ਬਦ ਆਉਂਦਾ ਹੈ। ਬੰਨ ਨੰਨੇ ਪੈਰ 'ਚ ਉਦਾਤ ਚਿੰਨ੍ਹ ਲੱਗਾ ਹੋਇਆ, ਅਤੇ ਬੰਨ੍ਹੈ ਇਹ 372 ਉੱਪਰ ਹੈ। ਇਹਨਾਂ ਸ਼ਬਦਾਂ ਤੋਂ ਵਿਦਵਾਨਾਂ ਨੇ ਸੇਧ ਲਈ ਹੈ ਉਦਾਤ ਚਿੰਨ੍ਹ ਦੀ, ਤੇ ਇਹ ਸੇਧ ਦੇ ਮੁਤਾਬਕ ਹੀ ਨੰਨੇ ਅੱਖਰ ਦਾ ਉਚਾਰਨ ਹੋਣਾ, ਜਿੱਥੇ ਉਦਾਤ ਚਿੰਨ੍ਹ ਨਾਲ ਉਚਾਰਨ ਹੋਣਾ ਉੱਥੇ ਇਹਦਾ ਬੋਲਣਾ ਜ਼ਰੂਰੀ ਅੱਜ ਦੇ ਸਿੱਖ ਵਿਦਵਾਨਾਂ ਵੱਲੋਂ ਮੰਨਿਆ ਗਿਆ ਹੈ, ਕਿਉਂਕਿ ਇਹ ਉਚਾਰਨ ਸੇਧ ਗੁਰਬਾਣੀ ਵਿੱਚੋਂ ਮਿਲਦੀ ਹੈ। ਅੱਗੇ ਚੱਲਦੇ ਹਾਂ ਆਪਾਂ। ਚੀਨ, 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 ਚੀਨਾ, ਚੀਨਾ। ਤੋ ਇਸ ਤਰ੍ਹਾਂ ਇਹ ਸਾਨੂੰ ਸ਼ਬਦ ਮਿਲਦੇ ਹਨ। ਨੰਨਾ ਉਦਾਤ ਚਿੰਨ੍ਹ ਤੋਂ ਬਿਨਾਂ ਵੀ ਹੈ ਅਤੇ ਉਦਾਤ ਚਿੰਨ੍ਹ ਦੇ ਨਾਲ ਵੀ ਹੈ। ਇੱਥੇ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਈਆਂ ਗਈਆਂ। ਕਹੋ ਨਾਨਕ ਹਾਰੀ ਹਾਰੀ ਪਾਦ ਚੀਨ, ਇੱਥੇ ਨੰਨਾ ਜਿਹੜਾ ਹੈ ਉਦਾਤ ਚਿੰਨ੍ਹ ਤੋਂ ਬਿਨਾਂ ਹੀ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦਾ ਪੰਨਾ ਇਹ 240 ਹੈ। ਦੂਜੀ ਉਦਾਹਰਨ ਵਿੱਚ ਹੈ ਪ੍ਰਭ ਅਵਿਨਾਸ਼ੀ ਘਾਟ ਘਾਟ ਚੀਨ, ਇੱਥੇ ਨੰਨੇ ਦੇ ਪੈਰ ਵਿੱਚ ਉਦਾਤ ਚਿੰਨ੍ਹ ਲੱਗਾ ਹੋਇਆ। ਦੂਜੀ ਉਦਾਹਰਨ ਵਿੱਚ ਜਿਸ ਤੋਂ ਸੇਧ ਲੈ ਕੇ ਪਹਿਲੀ ਉਦਾਹਰਨ ਵਿੱਚ ਵੀ ਨੰਨਾ ਜਿਹੜਾ ਹੈ ਉਦਾਤ ਚਿੰਨ੍ਹ ਨਾਲ ਬੋਲਿਆ ਜਾਏਗਾ। ਤੀਸਰੀ ਉਦਾਹਰਨ ਹੈ ਆਤਮ ਚੀਨ ਰਹਿ ਲਿਵ ਲਾਇਆ, ਇਹ ਪੰਨਾ 376 ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਇੱਥੇ ਨੰਨੇ ਦੇ ਪੈਰ ਵਿੱਚ ਉਦਾਤ ਚਿੰਨ੍ਹ ਨਹੀਂ ਲੱਗਾ ਹੋਇਆ, ਨੰਨੇ ਨੂੰ ਸਿਹਾਰੀ ਹੈ, ਉਦਾਤ ਚਿੰਨ੍ਹ ਕੋਈ ਨਹੀਂ ਹੈ। ਹੁਣ ਨੰਬਰ 4 ਤੇ ਜਿਹੜੀ ਉਦਾਹਰਨ ਹੈ ਉਹ ਹੈ ਆਤਮ ਚੀਨ ਪਰਮ ਸੁਖ ਪਾਇਆ, ਇੱਥੇ ਉਹੀ ਸ਼ਬਦ ਚੀਨ ਵਾਲਾ ਜਿਹੜਾ ਤੀਜੀ ਉਦਾਹਰਨ ਵਿੱਚ ਹੈ ਉਹੀ ਸ਼ਬਦ ਚੌਥੀ ਉਦਾਹਰਨ ਵਿੱਚ ਹੈ। ਤੇ ਚੌਥੀ ਉਦਾਹਰਨ ਦੇ ਵਿੱਚ ਨੰਨੇ ਪੈਰ 'ਚ ਉਦਾਤ ਚਿੰਨ੍ਹ ਲੱਗਾ ਹੋਇਆ। ਇਸ ਤੋਂ ਸੇਧ ਲੈ ਕੇ ਤੀਜੀ ਪੰਕਤੀ ਜਿਹੜੀ ਹੈ ਇਹਦੇ ਵਿੱਚ ਵੀ ਨੰਨਾ ਜਿਹੜਾ ਉਹ ਉਦਾਤ ਚਿੰਨ੍ਹ ਨਾਲ ਬੋਲਿਆ ਜਾਏਗਾ, ਕਿਉਂਕਿ ਅਰਥ ਦੋਹਾਂ ਦੇ ਇਹ ਇੱਕੋ ਜਿਹੇ ਹਨ ਇਹਨਾਂ ਦੋਹਾਂ ਪੰਕਤੀਆਂ ਵਿੱਚ। ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸੇਧ ਮਿਲਦੀ ਆ, ਜਿਸ ਦੀ ਵਰਤੋਂ ਕਰਨੀ ਜ਼ਰੂਰੀ ਹੈ। ਔਰ ਇਸ ਉਚਾਰਨ ਸੇਧ ਨੂੰ ਜਿਹੜੀ ਕਾਰਜਸ਼ਾਲਾ ਵਿੱਚ ਫੈਸਲਾ ਜਿਹੜਾ ਕੀਤਾ ਗਿਆ ਉਹ ਉਸ ਫੈਸਲੇ ਮੁਤਾਬਕ ਉਹ ਨਹੀਂ ਮੰਨਦੇ ਕਿ ਇਸ ਤਰ੍ਹਾਂ ਕਰਨਾ ਚਾਹੀਦਾ।
ਪੰਜਵੀਂ ਉਦਾਹਰਨ ਵਿੱਚ ਸ਼ਬਦ ਹੈ ਚੀਨਾ ਤੇ ਛੇਵੀਂ ਉਦਾਹਰਨ ਵਿੱਚ ਸ਼ਬਦ ਹੈ ਚਿਹਨਾ। ਤੋ ਚੀਨਾ ਚਿਹਨਾ ਦੋਹਾਂ ਦਾ ਅਰਥ ਇੱਕੋ ਹੀ ਹੈ, ਪਰ ਦੋਹਾਂ ਦਾ ਉਚਾਰਨ ਜਿਹੜਾ ਹੈ ਉਹ ਇੱਕੋ ਜਿਹਾ ਨਹੀਂ ਹੋ ਸਕਦਾ। ਕਿਉਂਕਿ ਚੀਨਾ ਸ਼ਬਦ ਜਿਹੜਾ ਇਹਦਾ ਅਰਥ ਹੋਰ ਹੈ, ਇਹ ਰੰਗ ਨਾਲ ਸੰਬੰਧ ਰੱਖਦਾ ਹੈ ਚੀਨਾ। ਜਿਹੜਾ ਚੀਨਾ ਨੰਨੇ ਪੈਰ 'ਚ ਉਦਾਤ ਚਿੰਨ੍ਹ ਹੈ, ਇਹਦਾ ਮਤਲਬ ਪਛਾਣਨਾ। ਤੋ ਜਦੋਂ ਨੰਨੇ ਪੈਰ 'ਚ ਹਲੰਤ ਬੋਲਦੇ ਆ ਚੀਨ ਚੀਨਾ, ਇਹ ਮਤਲਬ ਪਛਾਣਨਾ, ਜਾਣ ਪਛਾਣ ਕਰਨੀ। ਤੋ ਇਸ ਕਰਕੇ ਪੰਜਵੀਂ ਉਦਾਹਰਨ ਵਿੱਚ ਵੀ ਸ਼ਬਦ ਚੀਨਾ ਹੀ ਬੋਲਣਾ ਪਵੇਗਾ, ਜਿਸ ਤਰ੍ਹਾਂ ਕਿਉਂਕਿ ਛੇਵੀਂ ਉਦਾਹਰਨ ਵਿੱਚ ਇਸੇ ਸ਼ਬਦ ਵਿੱਚ ਨੰਨੇ ਦੇ ਪੈਰ 'ਚ ਹਲੰਤ ਲਿਖਿਆ ਹੋਇਆ ਮਿਲਦਾ ਹੈ। ਤੋ ਇਹ ਸਾਨੂੰ ਉਚਾਰਨ ਸੇਧ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ, ਜਿਹਦੀ ਵਰਤੋਂ ਛੱਡੀ ਨਹੀਂ ਜਾ ਸਕਦੀ। ਕਿਤਾਬ 'ਚ ਇਹਦੇ ਪੰਨਾ 26 5.4 ਉੱਤੇ ਲਿਖਿਆ ਹੈ, ਉਦਾਤ ਚਿੰਨ੍ਹ ਉੱਚੀ ਸੁਰ ਵਾਲਾ ਹੈ। ਇਹ ਕਿਤਾਬਚਾ ਜਿਹੜਾ ਕਾਰਜਸ਼ਾਲਾ ਵੱਲੋਂ ਛਾਪਿਆ ਗਿਆ ਹੈ ਉਹਦੀ ਗੱਲ ਹੈ। ਜੇ ਚੀਨ ਚੀਨ ਚੀਨਾ ਸ਼ਬਦ ਉੱਚੀ ਸੁਰ ਨਾਲ ਬੋਲਣ ਨਾਲ ਸਹੀ ਅਰਥ ਦੇਣਗੇ ਤਾਂ ਚੀਨ ਚੀਨ ਚੀਨਾ ਉਹਨਾਂ ਹੀ ਅਰਥਾਂ ਵਾਲੇ ਸ਼ਬਦ ਵੀ ਉਦਾਤ ਚਿੰਨ੍ਹ ਸਮੇਤ ਕਿਉਂ ਨਹੀਂ ਬੋਲੇ ਜਾ ਸਕਦੇ। ਲੱਗਾ ਹੋਇਆ ਚਿੰਨ੍ਹ ਉਚਾਰਨ ਸੇਧ ਵਾਸਤੇ ਹੈ ਅਤੇ ਇਹ ਸੇਧ ਜ਼ਰੂਰੀ ਨਹੀਂ ਕਿ ਹਰ ਥਾਂ ਦਿੱਤੀ ਜਾਵੇ। ਇਵੇਂ ਹੀ ਸ਼ਬਦ ਹਨ ਬਾਹਮਣ, ਮੰਮੇ ਦੇ ਪੈਰ 'ਚ ਉਦਾਤ ਚਿੰਨ੍ਹ ਹੈ ਤੇ ਬਾਹਮਣ ਇੱਦਾਂ ਲਿਖਿਆ ਵੀ ਮਿਲਦਾ ਹੈ। ਹੁਣ ਬਾਹਮਣ ਨੂੰ ਬਾਹਮਣ ਨਹੀਂ ਪੜ੍ਹਿਆ ਜਾਏਗਾ, ਬਾਹਮਣ ਪੜ੍ਹਿਆ ਜਾਏਗਾ, ਕਿਉਂਕਿ ਮੰਮੇ ਦੇ ਪੈਰ ਵਿੱਚ ਹਲੰਤ ਸਾਨੂੰ ਲਿਖਿਆ ਮਿਲਦਾ ਹੈ। ਇਸ ਤਰ੍ਹਾਂ ਹੀ ਅਣਾਣੇ ਦੀ ਜਗ੍ਹਾ ਨੰਨਾ ਵੀ ਵਰਤਿਆ ਗਿਆ, ਬਾਹਮਣ ਤੇ ਬਾਮਨ। ਤੋ ਬਾਮਨ ਸ਼ਬਦ ਹੋਰ ਹੈ, ਬਾਹਮਣ ਸ਼ਬਦ ਹੋਰ ਹੈ। ਤੇ ਇਸ ਕਰਕੇ ਜਿਹੜਾ ਬਾਮਨ ਹੈ ਇਹਨੂੰ ਵੀ ਬਾਹਮਣੇ ਪੜ੍ਹਨਾ, ਕਿਉਂਕਿ ਇਹ ਬ੍ਰਾਹਮਣ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਇਹ ਸਾਨੂੰ ਉਚਾਰਨ ਸੇਧ ਜਿਹੜੀ ਮਿਲ ਰਹੀ ਹੈ ਇਹਦੀ ਵਰਤੋਂ ਕਰਨੀ ਬਣਦੀ ਹੈ, ਪਰ ਜੋ ਪਟਿਆਲੇ ਵਾਲੀ ਕਾਰਜਸ਼ਾਲਾ ਹੈ ਉਹ ਇਸ ਨਾਲ ਸਹਿਮਤ ਨਹੀਂ। ਉਹ ਕਹਿੰਦੀ ਜੇ ਨੰਨਾ ਉਦਾਤ ਚਿੰਨ੍ਹ ਤੋਂ ਬਿਨਾਂ ਲਿਖਿਆ ਇਸ ਨੂੰ ਉੱਦਾਂ ਹੀ ਪੜ੍ਹੋ ਬਾਮਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇਹ ਬਾਮਨ ਨਹੀਂ ਬਾਹਮਣ ਹੈ, ਕਿਉਂਕਿ ਮੰਮੇ ਦੇ ਪੈਰ ਵਿੱਚ ਹਲੰਤ ਇਸੇ ਸ਼ਬਦ ਨੂੰ ਹੋਰ ਥਾਂ 'ਤੇ ਲੱਗਾ ਹੋਇਆ ਮਿਲਦਾ। ਅੱਗੇ ਉਦਾਹਰਨ ਲੈਂਦੇ ਹਾਂ, ਪੜ੍ਹ ਉਡਾੜ ਦੇ ਪੈਰ 'ਚ ਅੱਧਾ ਹਾਹਾ ਹੈ, ਪੜ੍ਹ 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 ਪੜ੍ਹੇ ਪੜ੍ਹੀ ਪੜ੍ਹੰਤਾ। ਇਹ ਡਾੜਾ ਜਿਹੜਾ ਆ ਇਹ ਇਕੱਲਾ ਨਹੀਂ ਵਰਤਿਆ ਗਿਆ। ਅਡਾੜੇ ਦੇ ਪੈਰ ਵਿੱਚ ਅੱਧਾ ਹਾ ਹੈ ਜਾਂ ਉਦਾਤ ਚਿੰਨ੍ਹ ਲੱਗਾ ਹੋਇਆ। ਜਿਹੜਾ ਉਦਾਤ ਚਿੰਨ੍ਹ ਹੈ ਇਹ ਵੀ ਹਾਹੇ ਦੀ ਅੱਧੇ ਹਾਹੇ ਦੀ ਸਾਊਂਡ ਕੱਢਦਾ ਹੈ। ਗੁਰਬਾਣੀ ਦੇ ਉਪਰੋਕਤ ਸ਼ਬਦਾਂ ਦੇ ਪੈਰੀਂ ਲੱਗੇ ਚਿੰਨ੍ਹ ਇਹ ਉਚਾਰਨ ਸੇਧ ਹੀ ਦੇ ਰਹੇ ਹਨ ਕਿ ਜਿਹੇ ਅਰਥਾਂ ਵਾਲੇ ਹੋਰ ਜਿਹੇ ਸ਼ਬਦਾਂ ਜਿਵੇਂ ਪੜ੍ਹਨ ਪੜ੍ਹਨਾ ਪੜ੍ਹਨੇ ਪੜ੍ਹਤੋ ਪੜ੍ਹੰਤੋ ਪੜ੍ਹਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ। ਤੋ ਉਚਾਰਨ ਸੇਧ ਜਿਹੜੀ ਹੈ ਇਹ ਕਹਿੰਦੀ ਹੈ ਕਿ ਇਹ ਜਿਹੜੇ ਰਾੜਾ ਮੁਕਤਾ ਨਾਲ ਲਿਖੇ ਹੋਏ ਸ਼ਬਦ ਹਨ ਜਿਨ੍ਹਾਂ ਦੇ ਪੈਰੀਂ ਉਦਾਤ ਚਿੰਨ੍ਹ ਅਤੇ ਹਾਹਾ ਦਾ ਨਹੀਂ ਲੱਗਾ ਹੋਇਆ, ਇਹ ਚਿੰਨ੍ਹ ਜਿਹੜੇ ਸ਼ਾਮਲ ਕਰਕੇ ਇਹਨਾਂ ਨੂੰ ਪੜ੍ਹਨਾ ਹੈ ਤਾਂ ਇਹਨਾਂ ਦਾ ਅਰਥ ਬਣੇਗਾ। ਪੜ੍ਹਨ ਨਹੀਂ ਬਣੇਗਾ ਪੜ੍ਹਨ, ਇਹਨੂੰ ਪੜ੍ਹਨਾ ਪਏਗਾ ਪੜ੍ਹਨ, ਪੜ੍ਹਨਾ ਨਹੀਂ ਪੜ੍ਹਨਾ। ਤੋ ਇਹ ਸਾਨੂੰ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹਟਾੜ ਦੇ ਪੈਰ 'ਚ ਅੱਧੇ ਹਾਹੇ ਜਾਂ ਹਲੰਤ ਤੋਂ ਮਿਲ ਜਾਂਦਾ। ਅੱਗੇ ਊੜਾ ਨੰਬਰ 11 ਦੀ ਵਿਚਾਰ ਕਰਦੇ ਹਾਂ। ਕਾਰਜਸ਼ਾਲਾ ਅਨੁਸਾਰ ਬਾਬਾ ਨਾਨਕ ਤੋਂ ਅੰਮ੍ਰਿਤ ਛਕ ਕੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਸ਼ਬਦ ਆਪਣੀ ਜਾਤ ਗਵਾ ਚੁੱਕੇ ਹਨ। ਇਹ ਕਾਰਜਸ਼ਾਲਾ ਨੇ ਕਿਹਾ, ਉਹਦੇ ਕਿਤਾਬ ਦੇ ਵਿੱਚ ਲਿਖਿਆ ਹੈ, ਜਿਹੜਾ ਕਿਤਾਬਚਾ ਛਾਪਿਆ ਉਹਨਾਂ ਨੇ, ਉਹ ਕਹਿੰਦੇ ਵੀ ਬਾਬਾ ਨਾਨਕ ਤੋਂ ਜਿਹੜੇ ਅਰਬੀ, ਫਾਰਸੀ, ਸੰਸਕ੍ਰਿਤ ਆਦਿਕ ਦੇ ਸ਼ਬਦ ਲਿਖੇ ਗਏ ਬਾਬਾ ਨਾਨਕ ਦੀ ਬਾਣੀ ਵਿੱਚ ਉਹਨਾਂ ਦੀ ਲਿਖਤ ਵਾਲੇ ਜਿਹੜੇ ਸ਼ਬਦ ਹਨ ਉਹ ਆਖੇ ਬਾਬਾ ਨਾਨਕ ਤੋਂ ਅੰਮ੍ਰਿਤ ਛਕ ਕੇ ਆਪਣੀ ਜ਼ਾਤ ਹੀ ਗਵਾ ਚੁੱਕੇ ਆ।
मतलब अरबी वाले नहीं रहे, फारसी वाले नहीं रहे, संस्कृत वाले नहीं रहे। ਉਹ ਰਹੇ ਨੇ, ਉਹ ਬਣ ਕੀ ਗਏ, ਫਿਰ ਬਣ ਕੀ ਗਏ ਹੈ, ਆਪਣੀ ਜ਼ਾਤ ਹੀ ਗਵਾ ਚੁੱਕੇ ਹਨ। ਇਹ ਜਿਹੜਾ ਵਿਚਾਰ ਹੈ ਕਾਰਜਸ਼ਾਲਾ ਦਾ, ਇਹ ਤਰਕਹੀਣ ਹੈ। ਕਿਉਂ ਤਰਕਹੀਣ ਹੈ? ਦੇਖੋ, ਜੇ 6 ਗੁਰੂ ਪਾਤਸ਼ਾਹਾਂ ਦੀ ਬਾਣੀ ਚੋਂ ਬਾਬਾ ਨਾਨਕ ਦੀ ਬਾਣੀ ਆਪਾਂ ਕਹਿੰਦੇ ਹਾਂ, ਬਾਬਾ ਨਾਨਕ ਦੀ ਬਾਣੀ ਤੋਂ ਬਿਨਾਂ ਜਿਹੜੇ ਹੋਰ 5 ਗੁਰੂ ਪਾਤਸ਼ਾਹਾਂ ਦੀ ਬਾਣੀ ਹੈ, ਉਹ ਵੀ ਚਲੋ ਨਾਨਕ ਬਾਣੀ ਆਪਾਂ ਸਮਝਦੇ ਹਾਂ। ਜੇ 6 ਗੁਰੂ ਪਾਤਸ਼ਾਹਾਂ ਦੀ ਬਾਣੀ ਦੇ ਸ਼ਬਦ ਆਪਣੀ ਜ਼ਾਤ ਗਵਾ ਆਏ ਹਨ, ਤਾਂ ਬਾਕੀ 29 ਬਾਣੀਕਾਰਾਂ ਦੀ ਬਾਣੀ ਦਾ ਕੀ ਬਣੇਗਾ? ਕਿਉਂਕਿ ਸਾਰੀ ਬਾਣੀ ਤਾਂ ਗੁਰੂ ਪਾਤਸ਼ਾਹ ਦੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 6 ਗੁਰੂ ਪਾਤਸ਼ਾਹਾਂ ਦੀ ਬਾਣੀ ਹੈ, ਅਤੇ ਬਾਣੀ ਸਾਰੀ 35 ਬਾਣੀਕਾਰਾਂ ਦੀ ਹੈ। ਤੋ 35 ਵਿੱਚੋਂ ਜਿਹੜੇ 29 ਬਚ ਗਏ, ਇਹਨਾਂ ਨੇ ਜਿਹੜੇ ਸ਼ਬਦ ਲਿਖੇ ਅਰਬੀ, ਫਾਰਸੀ, ਸੰਸਕ੍ਰਿਤ ਦੇ, ਇਹਨਾਂ ਦੀ ਜ਼ਾਤ ਦਾ ਕੀ ਬਣੇਗਾ? ਬਾਬਾ ਨਾਨਕ ਦੇ ਸ਼ਬਦ ਤਾਂ ਕਹਿੰਦੇ ਅੰਮ੍ਰਿਤ ਛਕ ਕੇ ਆਪਣੀ ਜ਼ਾਤ ਗਵਾ ਗਿਆ ਅਰਬੀ, ਫਾਰਸੀ, ਸੰਸਕ੍ਰਿਤ ਦੀ। ਅਤੇ ਜਿਹੜੇ 29 ਬਾਣੀਕਾਰਾਂ ਨੇ ਅਰਬੀ, ਫਾਰਸੀ, ਸੰਸਕ੍ਰਿਤ ਸ਼ਬਦ ਵਰਤੇ ਆ, ਉਹਨਾਂ ਦੀ ਜ਼ਾਤ ਤਾਂ ਫਿਰ ਗਵਾਈ ਨਹੀਂ, ਗਵਾਚੀ ਨਹੀਂ, ਉਹ ਜ਼ਾਤ ਤਾਂ ਫਿਰ ਕਾਇਮ ਹੀ ਰਹਿ ਗਈ। ਤਾਂ ਇਹਦਾ ਮਤਲਬ ਇਹ ਹੋਇਆ ਕਿ 6 ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਸ਼ਬਦ ਜਿਹੜੇ ਆ ਉਹ ਹੋਰ ਤਰ੍ਹਾਂ ਬੋਲੇ ਜਾਣਗੇ ਅਰਬੀ, ਫਾਰਸੀ, ਸੰਸਕ੍ਰਿਤ ਦੇ, ਅਤੇ 29 ਬਾਣੀਕਾਰਾਂ ਦੀ ਬਾਣੀ ਵਿੱਚ ਇਹ ਸ਼ਬਦ ਹੋਰ ਤਰ੍ਹਾਂ ਬੋਲੇ ਜਾਣਗੇ। ਕਿਉਂ? ਕਿਉਂਕਿ ਕਾਰਜਸ਼ਾਲਾ ਅਨੁਸਾਰ ਬਾਬਾ ਨਾਨਕ ਤੋਂ ਅੰਮ੍ਰਿਤ ਛਕ ਕੇ ਇਹ ਸ਼ਬਦ ਆਪਣੀ ਜ਼ਾਤ ਬਦਲ ਗਏ। ਹੁਣ ਸਾਰੀ ਬਾਣੀ ਤਾਂ ਬਾਬਾ ਨਾਨਕ ਦੀ ਨਹੀਂ ਹੈ, 29 ਬਾਣੀਕਾਰਾਂ ਦੀ ਬਾਣੀ ਦਾ ਕੀ ਬਣੇਗਾ? ਫਿਰ ਉਹਨਾਂ ਦੇ ਸ਼ਬਦ ਫਿਰ ਕਿਵੇਂ ਬੋਲੇ ਜਾਣਗੇ? ਇਹ ਤਾਂ ਫਿਰ ਆਪੇ 2-4 ਹੋ ਗਏ। ਅਤੇ ਕਾਰਜਸ਼ਾਲਾ ਦਾ ਫੈਸਲਾ ਗਲਤ ਹੋ ਗਿਆ ਕਿ ਜਿਵੇਂ ਲਿਖੇ ਹੈ, ਸ਼ਬਦ ਲਿਖੇ ਗਏ ਹਨ, ਉਵੇਂ ਹੀ ਬੋਲੋ। ਇਹ ਤਾਂ ਫਿਰ ਇਹਨਾਂ ਦਾ ਫੈਸਲਾ ਗਲਤ ਹੋ ਗਿਆ, ਇੱਥੋਂ ਹੀ ਗਲਤ ਸਿੱਧ ਹੋ ਗਿਆ। ਤੋ ਬਾਕੀ 29 ਬਾਣੀਕਾਰਾਂ ਦੇ ਸ਼ਬਦਾਂ ਨੇ ਨਾ ਤਾਂ ਬਾਬਾ ਨਾਨਕ ਤੋਂ ਅੰਮ੍ਰਿਤ ਛਕਿਆ ਹੈ, ਅਤੇ ਜੇ ਅੰਮ੍ਰਿਤ ਨਹੀਂ ਛਕਿਆ ਬਾਬਾ ਨਾਨਕ ਤੋਂ 29 ਬਾਣੀਕਾਰਾਂ, ਕਿਉਂਕਿ 29 ਬਾਣੀਕਾਰਾਂ ਵਿੱਚ ਬਾਬਾ ਨਾਨਕ ਨਹੀਂ, ਬਾਬਾ ਨਾਨਕ ਦੀ ਬਾਣੀ ਜਿਹੜੀ ਹੈ ਉਹ ਅਸੀਂ ਮੰਨਦੇ ਹਾਂ ਕਿ 6 ਗੁਰੂ ਪਾਤਸ਼ਾਹ ਦੀ ਬਾਣੀ ਬਾਬਾ ਨਾਨਕ ਦੀ ਬਾਣੀ, ਕਿਉਂਕਿ ਨਾਨਕ ਦੀ ਜੋਤ ਜਿਹੜੀ ਜੋਤ ਦਾ ਮਤਲਬ ਹੈ ਜਿਹੜੀ ਵਿਚਾਰਧਾਰਾ ਸੀ ਬਾਬਾ ਨਾਨਕ ਦੀ, ਉਹ 6 ਗੁਰੂ ਪਾਤਸ਼ਾਹ ਵਿੱਚ ਚੱਲੀ ਹੈ। ਇਸ ਕਰਕੇ ਸਾਰਿਆਂ ਨੇ ਨਾਨਕ ਸ਼ਬਦ ਵਰਤਿਆ। ਤੋ ਬਾਕੀ 29 ਬਾਣੀਕਾਰਾਂ ਦੀ ਬਾਣੀ ਜਿਹੜੀ ਹੈ, ਉਹਨਾਂ ਨੇ ਫਿਰ ਅੰਮ੍ਰਿਤ ਕਿੱਥੋਂ ਛਕ ਲਿਆ? ਉਹ ਤਾਂ ਬਾਬਾ ਨਾਨਕ ਦੀ ਬਾਣੀ ਨਹੀਂ ਹੈ। ਇਸ ਦਾ ਭਾਵ ਗੁਰਬਾਣੀ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ ਦੇ ਸ਼ਬਦਾਂ ਦੇ 2 ਤਰ੍ਹਾਂ ਦੇ ਉਚਾਰਨ ਹੋ ਗਏ। ਇੱਕ ਉਚਾਰਨ ਅੰਮ੍ਰਿਤ ਛਕਣ ਵਾਲਿਆਂ ਸ਼ਬਦਾਂ ਦਾ, ਅਤੇ ਦੂਜਾ ਅੰਮ੍ਰਿਤ ਨਾ ਛਕਣ ਵਾਲਿਆਂ ਦਾ। ਫਿਰ ਤਾਂ ਜਿਵੇਂ ਬਾਣੀ ਲਿਖੀ ਤਿਵੇਂ ਪੜ੍ਹੋ ਦਾ ਨੇਮ ਤਾਂ ਆਪੇ ਹੀ ਰੱਦ ਹੋ ਗਿਆ। ਪੰਨਾ ਨੰਬਰ 5 ਮੁੱਖ ਬੰਦ ਜਿਹੜਾ ਕਿਤਾਬ 'ਚ ਛਾਪਿਆ ਹੈ ਕਾਰਜਸ਼ਾਲਾ ਨੇ, ਉਸ ਦੇ ਪੰਨਾ ਨੰਬਰ 5 ਉੱਤੇ ਜਿਹੜਾ ਮੁੱਖ ਬੰਦ ਹੈ, ਉਹਦੇ ਵਿੱਚ ਲਿਖਿਆ ਹੈ ਮੁੱਖ ਬੰਦ ਅਨੁਸਾਰ, ਜੇ ਕਾਰਜਸ਼ਾਲਾ ਨੇ ਗੁਰਬਾਣੀ ਨੂੰ ਗੁਰੂ ਦੇ ਮੁਖ ਤੋਂ ਉਚਾਰਨ ਹੋਈ ਗੁਰਮੁਖੀ ਹੀ ਮੰਨਣਾ ਹੈ। ਉਹ ਲਿਖਿਆ ਕਾਰਜਸ਼ਾਲਾ ਵਿੱਚ ਕਿ ਜਿਹੜੀ ਗੁਰਬਾਣੀ ਆ ਇਹ ਗੁਰੂ ਦੇ ਮੁਖ ਤੋਂ ਉਚਾਰਨ ਹੋਈ ਗੁਰਮੁਖੀ ਹੈ, ਤਾਂ ਬਾਕੀ 29 ਬਾਣੀਕਾਰਾਂ ਦੀ ਜਿਹੜੀ ਰਚਨਾ ਹੈ ਉਹ ਫਿਰ ਕੀ ਹੋਈ? ਕਿਉਂਕਿ ਸਾਰੇ ਤਾਂ ਗੁਰੂ ਨਹੀਂ, ਸਾਰੇ ਤਾਂ ਸਿੱਖ ਗੁਰੂ ਨਹੀਂ, ਸਾਰੀ ਬਾਣੀ ਤਾਂ ਬਾਬਾ ਨਾਨਕ ਦੀ ਨਹੀਂ, ਅਤੇ ਬਾਕੀ 29 ਜਿਹੜੇ ਬਾਣੀਕਾਰ ਹੈ ਉਹਨਾਂ ਦੀ ਬਾਣੀ ਫਿਰ ਕੀ ਹੋਈ? ਜੇ ਬਾਬਾ ਨਾਨਕ ਦੇ ਮੁਖ ਤੋਂ ਉਚਾਰਨ ਹੋਈ ਗੁਰਮੁਖੀ ਜਿਹੜੀ ਹੈ, ਗੁਰਮੁਖੀ ਹੈ ਬਾਣੀ ਜਿਹੜੀ ਗੁਰਮੁਖੀ ਹੈ, ਅਤੇ ਬਾਕੀ 29 ਬਾਣੀਕਾਰਾਂ ਦੇ ਉਚਾਰਨ ਤੋਂ ਉਚਾਰਨ ਹੋਈ ਬਾਣੀ ਉਹ ਕੀ ਹੋਏਗੀ? ਫਿਰ ਇਹਨਾਂ 29 ਬਾਣੀਕਾਰਾਂ ਵਿੱਚ 15 ਭਗਤ ਹਨ, 11 ਭਾਟ ਹਨ, ਅਤੇ 3 ਗੁਰਸਿੱਖ ਹਨ। ਕਾਰਜਸ਼ਾਲਾ ਅਨੁਸਾਰ ਫਿਰ ਤਾਂ 29 ਬਾਣੀਕਾਰਾਂ ਦੀ ਰਚਨਾ ਗੁਰਮੁਖੀ ਵੀ ਨਹੀਂ, ਕਿਉਂਕਿ ਇਹ ਗੁਰੂ ਦੇ ਮੁਖ ਤੋਂ ਉਚਾਰਨ ਨਹੀਂ ਹੋਈ, ਕਿਉਂਕਿ ਗੁਰਬਾਣੀ ਦੀ ਭਾਸ਼ਾ ਨੂੰ ਕਾਰਜਸ਼ਾਲਾ ਵੱਲੋਂ ਗੁਰਮੁਖੀ ਮੰਨਿਆ ਗਿਆ ਹੈ ਜੋ ਗੁਰੂ ਦੇ ਮੁਖ ਤੋਂ ਉਚਾਰਨ ਹੋਈ ਹੈ। ਊੜਾ 12 ਵੱਲ ਆਉਂਦੇ ਹਾਂ। ਤਤਸਮ, ਅਰਥ ਤਤਸਮ ਅਤੇ ਤਦ ਭਾਵ ਸ਼ਬਦ, ਇਹ ਸ਼ਬਦਾਂ ਦੀਆਂ ਕਿਸਮਾਂ ਹਨ। ਜਿਹੜੇ ਸ਼ਬਦ ਮੂਲ ਰੂਪ ਵਿੱਚ ਹੁੰਦੇ ਹਨ ਉਹਨਾਂ ਨੂੰ ਤਤਸਮ ਕਿਹਾ ਜਾਂਦਾ, ਜਿਹੜੇ ਥੋੜ੍ਹੇ ਜਿਹੇ ਬਦਲ ਕੇ ਆਉਂਦੇ ਹਨ ਉਹ ਹੈ ਅਰਥ ਤਤਸਮ, ਜਿਹੜੇ ਬਹੁਤ ਤਬਦੀਲੀ ਨਾਲ ਬਦਲ ਕੇ ਆਏ ਹਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਤਦ ਭਾਵ ਸ਼ਬਦ। ਤੋ ਇਹ ਤਿੰਨੇ ਤਰ੍ਹਾਂ ਦੇ ਸ਼ਬਦ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦੇ ਆ, ਪਰ ਕਾਰਜਸ਼ਾਲਾ ਕੀ ਕਹਿੰਦੀ ਹੈ? ਗੁਰਬਾਣੀ ਵਿੱਚ ਤਿੰਨੇ ਤਰ੍ਹਾਂ ਦੇ ਸ਼ਬਦ ਹਨ, ਪਰ ਕਾਰਜਸ਼ਾਲਾ ਨੇ ਗੁਰਬਾਣੀ ਦੇ ਸਾਰੇ ਸ਼ਬਦਾਂ ਨੂੰ ਤਦ ਭਾਵ ਹੀ ਬਣਾ ਦਿੱਤਾ ਹੈ। ਕਾਰਜਸ਼ਾਲਾ ਨਹੀਂ ਕਹਿੰਦੀ ਕਿ ਗੁਰਬਾਣੀ ਵਿੱਚ ਤਤਸਮ ਸ਼ਬਦ ਹਨ, ਨਹੀਂ,
कार्यशाला कहते ने गुरबाणी सारे शब्द तद भाव्या, सारे बदले हुए आ। एक किताब चा ਜਿਹੜਾ ਹੈ ਛਾਪਿਆ ਉਹਦੇ ਪੰਨਾ ਨੰਬਰ 18 ਤੇ 3.2 ਵਿੱਚ ਉਹਨਾਂ ਨੇ ਇਦਾਂ ਲਿਖਿਆ ਹੈ ਕਿ ਗੁਰਬਾਣੀ ਦੇ ਸਾਰੇ ਸ਼ਬਦ ਤਦ ਭਾਵੀ ਹਨ, ਅਤੇ ਕਿਹਾ ਹੈ ਉੱਥੇ ਲਿਖਿਆ ਹੈ ਕਿਤਾਬਚੇ ਵਿੱਚ ਕਿ ਤਦ ਭਵੀ ਸ਼ਬਦਾਵਲੀ ਨੂੰ ਤਤਸਮੀ ਬਣਾਉਣ ਦੀ ਨਿਰਾਰਥਕ ਕੋਸ਼ਿਸ਼ ਕੀਤੀ ਜਾਂਦੀ ਹੈ। ਤੋ ਪਿਆਰਿਓ, ਗੁਰਬਾਣੀ ਵਿੱਚੋਂ ਹੇਠਾਂ ਕੁਝ ਤਤਸਮ ਸ਼ਬਦ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਕਾਰਜਸ਼ਾਲਾ ਤਤਸਮ ਮੰਨਦੀ ਨੇ। ਤਤਸਮ ਕਾਰਜਸ਼ਾਲਾ ਕਹਿੰਦੀ ਕਿ ਤਤਸਮ ਸ਼ਬਦ ਹੈ ਹੀ ਨਹੀਂ, ਇਹ ਸਾਰੇ ਸ਼ਬਦ ਤਦ ਭਾਵੇਂ ਹਨ। ਆਹ ਦੇਖੋ ਆਪ ਜੀ ਦੇ ਸਾਹਮਣੇ ਜਿਹੜੇ ਸ਼ਬਦ ਅਰਬੀ ਫਾਰਸੀ ਵਿੱਚੋਂ ਉਸੇ ਰੂਪ ਵਿੱਚ ਆਏ ਹੋਏ ਹਨ, ਕੋਈ ਤਬਦੀਲੀ ਨਹੀਂ ਹੋਈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤਤਸਮ ਸ਼ਬਦ। ਜਿਵੇਂ ਹੈ ਯਕ, ਇਹਦੇ ਵਿੱਚ ਕੋਈ ਚੇਂਜ ਨਹੀਂ ਹੋਈ, ਇਹ ਤਤਸਮ ਸ਼ਬਦ ਹੈ। ਇਸ ਤਰ੍ਹਾਂ ਅਰਜ਼, ਇਹ ਸ਼ਬਦ ਅਰਬੀ ਫਾਰਸੀ ਦਾ ਹੈ ਅਰਜ਼, ਬੇਨਤੀ ਦਾ ਮਤਲਬ ਹੈ। ਅਤੇ ਸੰਸਕ੍ਰਿਤ ਸ਼ਬਦ ਜਿਹੜਾ ਉਹਨੂੰ ਕਹਿੰਦੇ ਆ ਅਰਜ, ਉਹਦਾ ਮਤਲਬ ਹੁੰਦਾ ਤਿਆਰ ਕਰਨਾ। ਇਹ ਜਿਹੜਾ ਅਰਜ਼ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਰਤਿਆ ਗਿਆ 721 ਪੰਨੇ ਉਹਦੇ ਤਿਲੰਗ ਰਾਗ ਵਿੱਚ, ਇਹਦਾ ਮਤਲਬ ਬੇਨਤੀ ਹੈ। ਯਕ ਅਰਜ਼ ਗੁਫਤਮ, ਪੇਸ਼ ਤੋਂ ਜਿਹੜਾ ਸ਼ਬਦ ਹੈ। ਦਰ ਸ਼ਬਦ, ਦਰ ਮਾਨੇ ਵਿੱਚ, ਹੁਣ ਦਰ ਵਿੱਚ ਕੋਈ ਚੇਂਜ ਨਹੀਂ ਹੋਈ, ਦਰ ਦਾ ਮਤਲਬ ਵਿੱਚ ਹੈ, ਇਹ ਫਾਰਸੀ ਸ਼ਬਦ ਹੈ ਅਤੇ ਇਹ ਤਤਸਮ ਸ਼ਬਦ ਹੋਇਆ। ਤੋ ਇਸ ਲਿਸਟ ਵਿੱਚ ਸ਼ਬਦ ਤਤਸਮ ਲਿਖੇ ਹਨ ਜਿਨ੍ਹਾਂ ਨੂੰ ਕਾਰਜਸ਼ਾਲਾ ਨੇ ਤਤਸਮ ਮੰਨਣ ਤੋਂ ਇਨਕਾਰ ਕੀਤਾ ਹੋਇਆ। ਹੁਕਮ, ਕਲਮ, ਸਾਕਤ, ਖਤਾ, ਕਬੂਲ, ਹਾਜ਼ਰ, ਹੱਕ, ਹੱਕਾ, ਹਕੀਕਤ, ਹਦੀਸ਼ਾ, ਤਰੀਕਤ, ਕਾਦਰ, ਸ਼ਰੀਅਤ, ਅਦਲੀ, ਮੁਕੱਦਮ, फ़कीर, कुल्फ, मुश्ताक, मोहताज, हिकमत, हैरत, शायर, उमर, खलास, आश्क, खल्क, खालिक, खरीद, बेऐब, गोश, दुनिया, फ़ानी, अर्ज़, सर, मुए, जान, पेसर, पदर, कास, दस्तंगीर, आखिर, दारद, चूं, शवद, तकबीर, शब, रोज़, दर, बखील, गाफिल, बेबाक, गनी, दरख्त, चशम, चीज़, दरवेश, कब्ज़, कब्ज़ा, इश्क, शहीद, सादिक, सालिक, शिकार, शोदे, बाजी, बाजीगर, बाजार, साहिब, खसम, खान, ज़ोर, शोर, खुशी, बादशाह, मनशा, लश्कर, गरीब, गलतान, सुल्तान, तेगबंद, बख्श, तबलबाज, हराम खोर, आदम, आदमी, शरीक, आदिक। तो ये सारे शब्द तत्सम ਹਨ ਜਿਹੜੇ ਅਰਬੀ ਫਾਰਸੀ ਵਿੱਚੋਂ ਬਿਨਾਂ ਕਿਸੇ ਤਬਦੀਲੀ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਗਏ ਹਨ, ਜਿਨ੍ਹਾਂ ਨੂੰ ਕਾਰਜਸ਼ਾਲਾ ਨੇ ਤਤਸਮ ਨਹੀਂ ਮੰਨਿਆ, ਇਹਨਾਂ ਨੂੰ ਤਦਭਾਵ ਹੀ ਕਿਹਾ ਹੈ, ਜਦੋਂ ਕਿ ਤਦਭਾਵ ਨਹੀਂ। ਹੁਣ ਗੁਰਬਾਣੀ ਵਿੱਚ ਸੰਸਕ੍ਰਿਤ, ਹਿੰਦੀ, ਸਿੰਧੀ, ਅਵਧੀ, ਖੜੀ, ਰਾਜਸਥਾਨੀ, ਬ੍ਰਜ ਭਾਸ਼ਾ, ਇਹਨਾਂ ਆਦਿਕ ਭਾਸ਼ਾਵਾਂ ਦੇ ਸ਼ਬਦ ਜਿਹੜੇ ਤਤਸਮ ਹਨ, ਇਹ ਵੀ ਗੁਰੂ ਗ੍ਰੰਥ ਸਾਹਿਬ ਮਿਲਦੇ ਹਨ। ਕੇਸ਼, ਸ਼ਰੀਰ, ਸ਼ੋਭਾ, ਅਸ਼ਟ, ਦੁਸ਼ਟ, ਰਾਸ਼ੀ, ਸ਼ਾਂਤੀ, ਕਲਸ਼, ਸ੍ਰਿਸ਼ਟੀ, ਦ੍ਰਿਸ਼ਟੀ, ਸ਼੍ਰੀ, ਇਹ ਬਿਲਕੁਲ ਨਹੀਂ ਬਦਲ ਹੋਏ, ਬਿਲਕੁਲ ਆਪਣੇ ਅਸਲ ਰੂਪ ਵਿੱਚ ਹਨ। ਸ੍ਰਿਸ਼ਟੀ, ਦ੍ਰਿਸ਼ਟੀ, ਸ਼੍ਰੀ, ਇਹ ਅਸਲ ਰੂਪ ਵਿੱਚ ਹਨ। ਦਰਸ਼, ਦਰਸ਼ਨ, ਸ਼ੂਰ, ਸ਼ੂਰਬੀਰ, ਕਲੇਸ਼, ਇਸ਼ਟ, ਸ਼ੀਤਲ, ਕੁਸ਼ਲ, ਸ਼ੀਲ, ਅਸ਼ਟਮੀ, ਆਕਾਸ਼, ਸ਼ਬਦ, ਉਪਦੇਸ਼, ਸ਼ੁੱਧ, ਸ਼ਾਸਤਰ, ਅਸ਼ਵ, ਸ਼ੋਚ। ਹੁਣ ਅਸ਼ਵ ਸ਼ਬਦ ਜਿਹੜਾ ਪੈਰ 'ਚ ਅੱਧਾ ਵਾਹਵਾ ਲੱਗਾ ਆ, ਇਹ ਬਿਲਕੁਲ ਉਸੇ ਤਰ੍ਹਾਂ ਹੀ ਸ਼ਬਦ ਹੈ ਜਿਵੇਂ ਇਹ ਹਿੰਦੀ, ਸੰਸਕ੍ਰਿਤ 'ਚ ਲਿਖਿਆ ਜਾਂਦਾ ਆ, ਇਹ 'ਚ ਕੋਈ ਚੇਂਜ ਨਹੀਂ ਹੋਈ। ਇਹ ਵੀ ਤਤਸਮ ਸ਼ਬਦ ਹੈ ਜਿਸ ਨੂੰ ਕਾਰਜਸ਼ਾਲਾ ਨੇ ਤਦਭਾਵ ਹੀ ਮੰਨਿਆ, ਜੋ ਕਿ ਗਲਤ ਹੈ। ਇਸ ਤਰ੍ਹਾਂ ਸ਼ੋਚ, ਗੀਤਾ, ਗੀਤਾ ਧਰਮ ਪੁਸਤਕ ਹੈ, ਇਹ ਪੰਨਾ 874 ਪਰ ਸ਼ਬਦ ਹੈ ਗੀਤਾ, ਇਹਦਾ ਰੈਫਰੈਂਸ ਹੈ। ਤਾਂ ਗੀਤਾ, ਇਸ ਸ਼ਬਦ ਵਿੱਚ ਕੋਈ ਚੇਂਜ ਨਹੀਂ ਹੋਈ, ਗੀਤਾ ਗੀਤਾ ਹੀ ਹੈ। ਇਹ ਤਦਭਾਵ ਕਿਵੇਂ ਬਣ ਗਿਆ? ਇਹ ਤਤਸਮ ਸ਼ਬਦ ਹੈ। ਇਸ ਤਰ੍ਹਾਂ ਕਾਸ਼ੀ, ਸ਼ਿਵ, ਸ਼ਰਵਣ, ਸਰਵਣ, ਸਰਵਣ ਦਾ ਮਤਲਬ ਹੁੰਦਾ ਥਣ। ਇਹਦੀ ਐਗਜ਼ਾਮਪਲ ਹੈ ਬਿਨ ਸਰਵਣਾ ਖੀਰ ਪਿਲਾਇਆ, ਖੀਰ ਮੈਨੇ ਦੁੱਧ, ਥਣ ਹੈ ਹੀ ਨਹੀਂ, ਦੁੱਧ ਪਿਲਾਇਆ ਜਾ ਰਿਹਾ। ਇਹ ਪੰਨਾ 1194 ਉੱਪਰ ਸ਼ਬਦ ਹੈ।
ਉਹਦੇ ਵਿੱਚ ਸ਼ਬਦ ਆਉਂਦਾ ਹੈ ਸਰਵਣਾ, ਇਹਦਾ ਮਤਲਬ ਹੈ ਥਣ, ਅਤੇ ਸ਼ਰਵਣ ਦਾ ਮਤਲਬ ਹੁੰਦਾ ਕੰਨ। ਹੁਣ ਦੋਹਾਂ ਨੂੰ ਕਿਵੇਂ ਇੱਕੋ ਤਰ੍ਹਾਂ ਬੋਲਿਆ ਜਾ ਸਕੇਗਾ? ਜਿਹਦਾ ਅਰਥ ਕੰਨ ਹੈ ਉਹਨੂੰ ਸ਼ਰਵਣ ਕਹਿਣਾ ਪਏਗਾ, ਜਿਹਦਾ ਅਰਥ ਥਣ ਹੈ ਉਹਨੂੰ ਸਰਵਣ ਕਹਿਣਾ ਪਏਗਾ। ਇਹ ਦੋਵੇਂ ਸ਼ਬਦ ਸੰਸਕ੍ਰਿਤ ਦੇ ਹੈ, ਇਹਨਾਂ 'ਚ ਕੋਈ ਚੇਂਜ ਨਹੀਂ ਹੋਈ, ਇਹ ਤਤਸਮ ਸ਼ਬਦ ਹਨ। ਇਸ ਤਰ੍ਹਾਂ ਕੇਸ਼ਵ, ਸ੍ਰੇਸ਼ਟ, ਸ਼ੁਕ, ਸ਼ੁਕ ਮਨੇ ਤੋਤਾ ਹੁੰਦਾ, ਸ਼ੀਤ, ਨਿਸ਼, ਸਨਾਤਨ, ਸੰਨਿਆਸੀ, ਸਨੇਹ, ਨੰਨ ਸੱਸੇ ਬਾਈ ਅਦਨ ਨਾ ਲਿਖਿਆ ਹੋਇਆ ਸਨੇਹ, ਇਹ ਬਿਲਕੁਲ ਜਿਵੇਂ ਸੰਸਕ੍ਰਿਤ ਹਿੰਦੀ ਵਿੱਚ ਸ਼ਬਦ ਲਿਖਿਆ ਜਾਂਦਾ ਉਸ ਤਰ੍ਹਾਂ ਲਿਖਿਆ ਹੈ ਸਨੇਹ। ਸ਼ਰਮ, ਸ਼ਰਧਾ, ਸ਼੍ਰੀਰੰਗ, ਸ਼੍ਰੀਧਰ, ਸ੍ਰਿਸ਼ਟਾ, ਸ਼ੁੱਕਰਵਾਰ, ਦੱਧ, ਦੱਧ ਬਣੇ ਹੁੰਦਾ ਦੁੱਧ, ਦੱਧ, ਕੋਟ, ਘਾਟ, ਦੀਪ, ਤ੍ਰਿਣ, ਰਜਨੀ, ਸ਼ਾਤ, ਸ਼ੂਕਰ, ਲੱਜਾ, ਸੰਧਿਆ, ਸਪਤ, ਹਸਤੀ, ਕੀਟ, ਕਿਰਪਾ, ਕੁਠਾਰ, ਅਗਨੀ, ਕਪਾਟ, ਕਾਸ਼ਟ, ਗ੍ਰਾਮ, ਛਿਦਰ, ਘ੍ਰਿਤ, ਭੁਜਾ, ਨਗਨ, ਨਹੀਂ, ਨयन, ਨਿੰਦਰਾ, ਪੀਤ, ਮੁਸ਼ਟੀ, ਮਸਤਕ, ਮਾਰਗ, ਮਿੱਤਰ, ਪੁੱਤਰ, ਮੁਖ, ਮੇਘ, ਸ਼ੂਲ, ਦੂਧ, ਕਾ, ਕੇ, ਕੀ, ਕੋ, ਇਹ ਸਾਰੇ ਹਿੰਦੀ ਦੇ ਸੰਸਕ੍ਰਿਤ ਦੇ ਬਿਲਕੁਲ ਉਸ ਤਰ੍ਹਾਂ ਲਿਖੇ ਹੋਏ ਸ਼ਬਦ ਹਨ। ਪੰਜਾਬੀ ਵਿੱਚ ਇਹਨਾਂ ਦਾ ਰੂਪ ਹੁੰਦਾ ਦਾ, ਦੇ, ਦੀ, ਪਰ ਇਹ ਹਿੰਦੀ ਸੰਸਕ੍ਰਿਤ ਸ਼ਬਦ ਹੈ। ਇਹਨਾਂ 'ਚ ਚੇਂਜ ਕਿੱਥੋਂ ਆ ਗਈ? ਇਹ ਤਾਂ ਉੱਦਾਂ ਹੀ ਲਿਖੇ ਗਏ। ਇਹ ਤਤਸਮ ਸ਼ਬਦ ਹੋਏ। ਇਹ ਮੈਂ ਰੀ, ਰੋ, ਥਾ, ਥੇ, ਥੀ, ਤੁਮ, ਹਮ, ਯਹ, ਜਾ ਕੇ, ਜਾ ਕਉ, ਤੁਮਹਾਰ, ਹਮਾਰੇ, ਹਮਰਾ, ਥਾਰਾ, ਥਾਰੇ, ਥਾਰੋ, ਮਹਿੰਜਾ, ਮਹਿੰਜੀ, ਤਹਿੰਜੀ, ਚੋਰੂ, ਈਟੀ, ਹਿੱਕ, ਹਿੱਕ ਦਾ ਮਤਲਬ ਇੱਕ ਸਿੰਧੀ ਭਾਸ਼ਾ ਵਿੱਚ ਸ਼ਬਦ ਹੁੰਦਾ ਹਿੱਕ, ਅਤੇ ਇਹ ਇੱਕ ਦੀ ਜਗ੍ਹਾ 'ਤੇ ਉਹ ਹਿੱਕ ਬੋਲਦੇ ਹਨ। ਹੱਬ, ਸਭ ਨੂੰ ਹੱਬ, ਇਹ ਵੀ ਸਿੰਧੀ ਭਾਸ਼ਾ। ਖੀਰ, ਕੁੱਤਰੇ, ਦਗਰਾ, ਕਿੰਬਾ, ਦੈਲਾ, ਪਹਿਲਾ, ਚੇ, ਚੀ, ਚੋ, ਮਖਤੂਲ, ਬੀਠਲ, ਜੀਰਾ, ਹੀਰਾ, ਪਾਸਰਾ, ਬਾਗਰਾ, ਮੋਰਾ, ਜਾਟਰੋ, ਛੀਪਰੋ, ਬੰਕੜਾ, ਭਿੰਨੜੀ, ਦਾਤੜੀ, ਇਠੜਾ, ਬਾਵਲੀ, ਲੂਗਰਾ, ਢਬੂਆ, ਨਾਨਾ, ਨਾਨੀ, ਆਇਬੋ, ਜਾਇਬੋ ਆਦਿਕ। ਇਹ ਸਾਰੇ ਸ਼ਬਦ ਜਿਹੜੇ ਆ ਇਹ ਤਤਸਮ ਸ਼ਬਦ ਹਨ ਜਿਹੜੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ 'ਚ ਮਿਲਦੇ ਹਨ। ਇਹ ਤਦ ਭਾਵ ਨਹੀਂ ਕਹੇ ਜਾ ਸਕਦੇ। ਅੱਗੇ ਊੜਾ 13। ਅਸਲ ਵਿੱਚ ਗੁਰਬਾਣੀ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਵਰਤੇ ਗਏ ਹਨ ਅਤੇ ਉਹਨਾਂ ਦੀ ਜ਼ਾਤ ਅਤੇ ਤਾਸੀਰ ਉਸੇ ਤਰ੍ਹਾਂ ਕਾਇਮ ਹੈ। ਉਹਨਾਂ ਸ਼ਬਦਾਂ ਦੀਆਂ ਲੋਕਾਂ ਵਿੱਚ ਪ੍ਰਚਲਿਤ ਹੋ ਚੁੱਕੀਆਂ ਧੁਨੀਆਂ ਉਸੇ ਤਰ੍ਹਾਂ ਬਾਣੀ ਵਿੱਚ ਮੌਜੂਦ ਹਨ, ਭਾਵੇਂ ਉਹਨਾਂ ਦੇ ਚਿੰਨ੍ਹ ਨਹੀਂ ਹਨ। ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਹੀ ਪੜ੍ਹਨ ਦਾ ਨੇਮ ਰੱਖਣਾ ਹੈ ਤਾਂ ਇਹ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੋ ਪਠਾਏ, ਪੰਨਾ ਨੰਬਰ ਗੁਰੂ ਗ੍ਰੰਥ ਸਾਹਿਬ ਦਾ 922 ਹੈ। ਇਸ ਤੁਕ ਵਿੱਚ ਸਰਵਣੋਂ ਪੜ੍ਹਨ ਨਾਲ ਤੁਕ ਦਾ ਅਰਥ ਬਣੇਗਾ ਹੇ ਮੇਰੇ ਥਣੋਂ ਤੁਸੀਂ ਸੱਚੇ ਰੱਬ ਦੀ ਸਿਫਤ ਸਲਾਹ ਸੁਣਨ ਲਈ ਭੇਜੇ ਗਏ ਹੋ। ਜਿਹੜਾ ਕੋਈ ਪੜ੍ਹਦਾ ਹੈ ਇਹ ਸਰਵਣੋਂ ਮੇਰੇ ਹੋ, ਅਤੇ ਸਰਵਣੋਂ ਦਾ ਮਤਲਬ ਹੈ ਥਣ। ਇਹ ਥਣਾਂ ਨੂੰ ਕਹਿ ਰਿਹਾ ਇਹ ਸਰਵਣੋਂ, ਪਰ ਗੁਰੂ ਸਾਹਿਬ ਥਣਾਂ ਨੂੰ ਨਹੀਂ ਕਹਿ ਰਹੇ। ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਕੰਨਾਂ ਨੂੰ, ਅਤੇ ਕੰਨਾਂ ਵਾਲਾ ਅਰਥ ਤਾਂ ਹੀ ਬਣੇਗਾ ਜੇ ਇਹਨੂੰ ਕੋਈ ਪੜ੍ਹੇਗਾ ਸ਼ਰਵਣੋਂ, ਉੱਦਾਂ ਨਹੀਂ ਬਣੇਗਾ। ਇਸ ਕਰਕੇ ਜਿਵੇਂ ਲਿਖੀ ਹੈ ਬਾਣੀ ਉਸੇ ਤਰ੍ਹਾਂ ਪੜ੍ਹੀ ਨਹੀਂ ਜਾ ਸਕਦੀ। ਇੱਥੇ ਸਾਨੂੰ ਉਚਾਰਨ ਸੇਧ ਦੀ ਵਰਤੋਂ ਕਰਨੀ ਪਏਗੀ ਅਤੇ ਵੱਖ-ਵੱਖ ਭਾਸ਼ਾਵਾਂ ਜਿਹੜੀਆਂ ਉਹਨਾਂ ਦੀਆਂ ਧੁਨੀਆਂ ਨੂੰ ਧਿਆਨ ਵਿੱਚ ਰੱਖਣਾ ਪਏਗਾ। ਸੋ ਗੁਰਬਾਣੀ ਵਿੱਚ ਸਰਵਣ ਦਾ ਅਰਥ ਥਣ ਹੁੰਦਾ ਹੈ। ਜਿਵੇਂ ਬਿਨ ਸਰਵਣਾ ਖੀਰ ਪਲਾਇਆ ਉੱਪਰ ਸ਼ਬਦ ਆ ਚੁੱਕਾ ਹੈ ਪੰਨਾ 1194 ਉੱਪਰ। ਇੱਥੇ ਜਿਵੇਂ ਲਿਖਿਆ ਤਿਵੇਂ ਪੜ੍ਹੋ ਦਾ ਨੇਮ ਲਾਗੂ ਨਹੀਂ ਹੁੰਦਾ। ਇੱਥੇ ਪਾਠ ਸ਼ਰਵਣੋਂ ਕਰਨ ਵਾਲੀ ਅਰਥ ਹੇ ਮੇਰੇ ਕੰਨੋਂ ਬਣੇਗਾ, ਨਹੀਂ ਤਾਂ ਨਹੀਂ ਬਣੇਗਾ। ਸਰਵਣ ਅਤੇ ਸ਼ਰਵਣ ਦੋਵੇਂ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਅਤੇ ਉਚਾਰਨ ਮਹਾਨ ਕੋਸ਼ ਵਿੱਚੋਂ ਦੇਖੇ ਜਾ ਸਕਦੇ ਹਨ। ਇਵੇਂ ਹੀ ਪਾਸਾ ਅਤੇ ਪਾਸ਼ਾ, ਬਾਸਾ ਅਤੇ ਬਾਸ਼ਾ, ਜਸ ਅਤੇ ਜਸ਼, ਰਾਸੀ ਅਤੇ ਰਾਸ਼ੀ, ਸ਼ਬਦ ਅਤੇ ਸ਼ਬਦ, ਸਾਰੀ ਅਤੇ ਸ਼ਾਰੀ, ਸਾਹ ਅਤੇ ਸ਼ਾਹ, ਜਨ ਅਤੇ ਜਨ ਆਦਿਕ ਸ਼ਬਦ ਜੋੜਾਂ ਦਾ ਨਿਖੇੜਾ ਜਿਵੇਂ ਲਿਖਿਆ ਤਿਵੇਂ ਬੋਲਣ ਨਾਲ ਨਹੀਂ ਹੋਵੇਗਾ। ਵਰਤੀਆਂ ਭਾਸ਼ਾਵਾਂ ਜੋ ਉਸ ਸਮੇਂ ਪ੍ਰਚਲਿਤ ਸਨ ਦੀ ਸ਼ੈਲੀ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਮਹਾਨ ਕੋਸ਼ ਵਿੱਚ ਇਹ ਸਾਰੇ ਸ਼ਬਦ ਅਰਥਾਂ ਸਮੇਤ ਸੰਬੰਧਿਤ ਭਾਸ਼ਾ ਅਨੁਸਾਰ ਲਿਖੇ ਮਿਲਦੇ ਹਨ, ਜਿੱਥੋਂ ਉਚਾਰਨ ਸੇਧ ਵੀ
ਮਿਲ ਜਾਂਦੀ ਹੈ। ਗੁਰਬਾਣੀ ਜਿਵੇਂ ਲਿਖੀ ਤਿਵੇਂ ਉਚਾਰਨ ਕਰੋ, ਨਾਲ ਬਾਣੀਕਾਰਾਂ ਵੱਲ ਉਂਗਲੀ ਵੀ ਜਾਂਦੀ ਹੈ। ਜੋ ਬਾਣੀਕਾਰਾਂ ਨੇ ਆਪਣੀ ਬਾਣੀ ਲਿਖੀ ਹੈ ਉਹਨਾਂ ਵੱਲ ਉਂਗਲੀ ਵੀ ਜਾਂਦੀ ਹੈ। ਜੇ ਅਸੀਂ ਕਹੀਏ ਕਿ ਜਿਵੇਂ ਲਿਖੀਏ ਤਿਵੇਂ ਉਚਾਰਨ ਕਰੋ, ਕਿਉਂ? ਇਹਦਾ ਜਵਾਬ ਹੈ ਕਾਰਜਸ਼ਾਲਾ ਅਨੁਸਾਰ ਜੇ ਇਹ ਮੰਨ ਕੇ ਚੱਲਿਆ ਜਾਵੇ ਕਿ ਬਾਣੀ ਦਾ ਉਚਾਰਨ ਲਿਖਤ ਅਨੁਸਾਰ ਹੀ ਕੀਤਾ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਬਾਣੀਕਾਰ ਵੀ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਸ਼ਬਦ ਇਹਨਾਂ ਵਿੱਚ ਵਰਤੀਆਂ ਧੁਨੀਆਂ ਗਾ, ਜ਼ਾ, ਸ਼ਾ, ਕਾ, ਹਾ ਆਦਿ ਜਿਹੜੀਆਂ 11 ਧੁਨੀਆਂ ਹਨ, 12ਵੀਂ ਲੱਲੇ ਪਰ ਬਿੰਦੀ ਹੈ, ਇਹਨਾਂ ਤੋਂ ਬਿਨਾਂ ਹੀ ਬੋਲਦੇ ਤੇ ਲਿਖ। ਇਹ ਮੰਨਣਾ ਪਏਗਾ ਕਿ ਬਾਣੀਕਾਰ ਵੀ ਨਾ ਇਹਨਾਂ ਨੂੰ ਬੋਲਦੇ ਸਨ ਤੇ ਨਾ ਇਹਨਾਂ ਧੁਨੀਆਂ ਨਾਲ ਲਿਖਦੇ ਸਨ। ਇਹ ਵੀ ਮੰਨਣਾ ਪਏਗਾ ਜੇ ਜਿੱਦਾਂ ਲਿਖਿਆ ਉੱਦਾਂ ਹੀ ਪੜ੍ਹਨਾ ਹੈ ਤਾਂ ਇਹ ਮੰਨਣਾ ਪਏਗਾ ਕਿ ਬਾਣੀਕਾਰਾਂ ਨੇ ਵੀ ਇਹ ਆਵਾਜ਼ਾਂ ਨਹੀਂ ਵਰਤੀਆਂ। ਇਹ ਬਾਣੀਕਾਰਾਂ 'ਤੇ ਉਂਗਲੀ ਜਾਂਦੀ ਹੈ ਕਿਉਂਕਿ ਬਾਣੀਕਾਰ ਤਾਂ ਅਰਬੀ, ਫਾਰਸੀ ਵਿਦਵਾਨ ਸਨ। ਕੀ ਇਹ ਗੱਲ ਮੰਨਣਯੋਗ ਹੈ ਕਿ ਬਾਣੀਕਾਰ ਜਿਹੜੇ ਆ ਉਹ ਇਹਨਾਂ ਧੁਨੀਆਂ ਤੋਂ ਬਿਨਾਂ ਹੀ ਲਿਖ ਗਏ ਜਾਂ ਇਹਨਾਂ ਧੁਨੀਆਂ ਤੋਂ ਬਿਨਾਂ ਹੀ ਅਰਬੀ, ਫਾਰਸੀ ਇਹ ਸ਼ਬਦ ਬੋਲ ਗਏ? ਇਹ ਮੰਨਣਯੋਗ ਹੈ? ਬਿਲਕੁਲ ਨਹੀਂ। ਬਾਣੀਕਾਰ ਤਾਂ ਵਰਤੀਆਂ ਭਾਸ਼ਾਵਾਂ ਦੇ ਖੂਬ ਗਿਆਤਾ ਸਨ, ਤਾਂ ਹੀ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਵਿਚਾਰ ਚਰਚਾ ਕਰ ਸਕੇ। ਫਾਰਸੀ ਦੇ ਕਿਸੇ ਵਿਦਵਾਨ ਨਾਲ ਗੱਲ ਕਰਨ ਵਾਲਾ ਆਪ ਵੀ ਫਾਰਸੀ ਦਾ ਵਿਦਵਾਨ ਹੋਣਾ ਚਾਹੀਦਾ ਹੈ ਤੇ ਬਾਣੀਕਾਰ ਆਪ ਵਿਦਵਾਨ ਸਨ, ਤਾਂ ਹੀ ਉਹ ਫਾਰਸੀ ਦੇ ਸ਼ਬਦ ਗੁਰਬਾਣੀ ਵਿੱਚ ਲਿਖ ਸਕੇ, ਜਿਨ੍ਹਾਂ ਨੂੰ ਫਾਰਸੀ ਭਾਸ਼ਾ ਦੀ ਉਚਾਰਨ ਵਿਧੀ ਨਾਲ ਪੜ੍ਹਨ 'ਤੇ ਹੀ ਸਾਰਥਕ ਬਣਾਇਆ ਜਾ ਸਕਦਾ ਹੈ। ਕਿਉਂਕਿ ਬਾਣੀਕਾਰਾਂ ਨੇ ਧੁਨੀਆਂ ਵਰਤੀਆਂ ਹਨ, ਜੇ ਜਿਵੇਂ ਲਿਖਿਆ ਤਿਵੇਂ ਪੜ੍ਹਨੀਆਂ ਹਨ। ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਬਾਣੀਕਾਰਾਂ ਨੇ ਇਹ ਧੁਨੀਆਂ ਜਾਣ ਕੇ ਛੱਡ ਦਿੱਤੀਆਂ, ਜਾਂ ਇਹ ਧੁਨੀਆਂ ਉਹ ਬੋਲਦੇ ਨਹੀਂ ਸਨ, ਜਾਂ ਉਹਨਾਂ ਨੂੰ ਇਹਨਾਂ ਧੁਨੀਆਂ ਦਾ ਪਤਾ ਹੀ ਨਹੀਂ ਸੀ। ਇਹ ਗੱਲ ਮੰਨਣ ਵਾਲੀ ਨਹੀਂ। ਇਹ ਧੁਨੀਆਂ ਬਾਣੀ ਦੇ ਰਚਨ ਕਾਲ ਸਮੇਂ ਆਮ ਲੋਕਾਂ ਵਿੱਚ ਵੀ ਪ੍ਰਚਲਿਤ ਸਨ। ਖਾਸ ਨਾਮ ਜਿਵੇਂ ਸ਼ਿਵ, ਅੱਜ ਕੱਲ੍ਹ ਵੀ ਸ਼ਿਵ ਲੋਕ ਕਹਿੰਦੇ ਆ ਅਤੇ ਸ਼ਿਵ ਦੇਵਤੇ ਦਾ ਨਾਂ ਆ, ਅਤੇ ਇਹਨੂੰ ਸ਼ਿਵ ਕਿਵੇਂ ਕਿਉਂ ਕਹਿ ਸਕਦਾ? ਇਹ ਤਾਂ ਸਦੀਆਂ ਤੋਂ ਚੱਲਿਆ ਆ ਰਿਹਾ ਇਸ ਤਰ੍ਹਾਂ ਹੀ ਦੇਵਤੇ ਦਾ ਨਾਂ। ਇਹ ਬਾਣੀ 'ਚ ਕਿਵੇਂ ਬਦਲ ਗਿਆ? ਸ਼ਿਵ ਕਿਵੇਂ ਹੋ ਗਿਆ? ਤਾਂ ਉਹ ਸ਼ਿਵੇ ਪੜ੍ਹਿਆ ਜਾਏਗਾ। ਸ਼ਿਵ, ਕ੍ਰਿਸ਼ਨ, ਮਹੇਸ਼, ਯਸ਼ੋਦਾ ਆਦਿਕ ਵੀ ਇਉਂ ਹੀ ਬੋਲੇ ਤੇ ਲਿਖੇ ਜਾਂਦੇ ਸਨ ਉਸ ਵੇਲੇ ਵੀ। ਗੁਰਬਾਣੀ ਵਿੱਚ ਸ਼ਬਦ ਵਿੱਚ ਵਰਤੇ ਸ਼ਬਦ ਜਿਹੜੇ ਹਨ, ਜਿੱਦਾਂ ਬੋਲਾ ਅਤੇ ਬੋਲਾ, ਇਹ ਦੋ ਸ਼ਬਦ ਇਹਨਾਂ ਦੇ ਅਰਥ ਵੱਖ-ਵੱਖ ਹਨ, ਪਰ ਦੋਹਾਂ ਨੂੰ ਬੋਲਾ ਨਹੀਂ ਬੋਲਿਆ ਜਾ ਸਕਦਾ, ਨਾ ਦੋਹਾਂ ਨੂੰ ਬੋਲਾ ਕਿਹਾ ਜਾ ਸਕਦਾ, ਕਿਉਂਕਿ ਬੋਲਾ ਦਾ ਮਤਲਬ ਹੈ ਬਚਨ, ਅਤੇ ਜਿਹੜਾ ਬੋਲਾ ਆ ਉਹ ਜਿਹਨੂੰ ਸੁਣਦਾ ਘੱਟ ਹੋਵੇ। ਇਹ ਲੱਲੇ ਦੇ ਪੈਰ ਦੀ ਬਿੰਦੀ ਇੱਥੇ ਬੋਲਣੀ ਪਏਗੀ, ਨਹੀਂ ਤਾਂ ਸ਼ਬਦ ਦੀ ਤਾਸੀਰ ਪ੍ਰਗਟ ਨਹੀਂ ਹੋਏਗੀ। ਸ਼ਬਦ ਦੀ ਤਾਸੀਰ ਜਿਹੜੀ ਹੈ ਉਹ ਇਹਨਾਂ ਦੇ ਬੋਲਣ ਵਿੱਚ ਲੁਕੀ ਹੋਈ ਹੈ, ਉਚਾਰਨ ਵਿੱਚ ਲੁਕੀ ਪਈ ਹੈ। ਜੇ ਉਚਾਰਨ ਠੀਕ ਨਹੀਂ ਕਰ ਰਹੇ ਸੀ, ਇਹਦੇ ਮਤਲਬ ਸ਼ਬਦਾਂ ਦੀ ਤਾਸੀਰ ਜਿਹੜੀ ਹੈ ਉਹ ਪ੍ਰਗਟ ਨਹੀਂ ਕਰ ਰਹੇ। ਇਸ ਤਰ੍ਹਾਂ ਗੋਲਾ ਅਤੇ ਗੋਲਾ ਇਹ ਗੁਰੂ ਗ੍ਰੰਥ ਸਾਹਿਬ 'ਚ ਮਿਲਦੇ ਹਨ। ਗੁਰੂ ਗ੍ਰੰਥ ਜਲ ਵੀ ਮਿਲਦਾ ਹੈ ਅਤੇ ਜਲ ਵੀ ਮਿਲਦਾ ਹੈ। ਜਲ ਮੈਨੇ ਪਾਣੀ ਅਤੇ ਜਲ ਮੈਨੇ ਹੁੰਦਾ ਜਲਣਾ, ਬਰਨ ਹੋ ਜਾਣਾ। ਤੋ ਇਹ ਸ਼ਬਦ ਜੋੜ ਜਾਂਦੇ ਆ ਇਸ ਤਰ੍ਹਾਂ ਦੇ। ਸਾਨੂੰ ਇਹ ਇੱਕੋ ਤਰ੍ਹਾਂ ਇਹ ਨਹੀਂ ਬੋਲਣੇ ਬਣਦੇ, ਨਾ ਇੱਕੋ ਤਰ੍ਹਾਂ ਬੋਲੇ ਜਾ ਸਕਦੇ ਹਨ, ਕਿਉਂਕਿ ਅਰਥ ਵੱਖ-ਵੱਖ ਹਨ ਅਤੇ ਇਹ ਬਹੁ-ਅਰਥਕ ਸ਼ਬਦ ਵੀ ਨਹੀਂ। ਇਹ ਵੱਖਰੀ ਗੱਲ ਹੈ ਕਿ ਪੰਜਾਬੀ ਭਾਸ਼ਾ ਕੋਲ ਇਹ ਦੋਹਰੇ ਅੱਖਰਾਂ ਵਾਲੇ ਅਜੇ ਚਿੰਨ੍ਹ ਨਹੀਂ ਸਨ ਜੋ ਵਰਤੇ ਨਹੀਂ ਜਾ ਸਕੇ, ਪਰ ਧੁਨੀਆਂ ਤਾਂ ਉਸੇ ਤਰ੍ਹਾਂ ਮੌਜੂਦ ਹਨ ਅਤੇ ਬੋਲੀਆਂ ਜਾਂਦੀਆਂ ਸਨ। ਇਹ ਧੁਨੀਆਂ ਕਿੱਥੋਂ ਬੋਲਣੀਆਂ ਹਨ ਅਤੇ ਕਿੱਥੇ ਬੋਲਣੀਆਂ ਹਨ ਅਤੇ ਕਿੱਥੇ ਨਹੀਂ, ਇਸ ਨੂੰ ਆਮ ਪਾਠਕ ਲਈ ਇੱਕ ਝੰਜਟ ਸਮਝਦਿਆਂ ਜਾਪਦਾ ਹੈ ਕਿ ਕਾਰਜਸ਼ਾਲਾ ਵਿੱਚ ਇਹਨਾਂ ਧੁਨੀਆਂ ਨੂੰ ਨਾ ਬੋਲਣ ਦਾ ਹੀ ਨਿਰਣਾ ਕਰ ਲਿਆ ਗਿਆ ਕਿ ਬੋਲਣੀਆਂ ਹੀ ਨਹੀਂ, ਕਿਉਂਕਿ ਇਹ ਝੰਜਟ ਛੱਡੋ ਵੀ ਕਿੱਥੇ ਬਿੰਦੀ ਬੋਲਣੀ ਹੈ, ਕਿੱਥੇ ਨਹੀਂ ਬੋਲਣੀ, ਕਿੱਥੇ ਉਦਾਚਨ ਬੋਲਣਾ, ਕਿੱਥੇ ਨਹੀਂ ਬੋਲਣਾ। ਇਹਨੂੰ ਝੰਜਟ ਸਮਝ ਲਿਆ ਗਿਆ ਕਾਰਜਸ਼ਾਲਾ ਵੱਲੋਂ। ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਛੱਡੋ, ਇਹਨਾਂ ਨੂੰ ਬੋਲਣ ਦੀ ਲੋੜ ਹੀ ਨਹੀਂ। ਜਿੱਥੇ ਨਹੀਂ ਲਿਖੀਆਂ ਉੱਥੇ ਕੋਈ ਲਾਉਣ ਦੀ ਲੋੜ ਨਹੀਂ, ਕੋਈ ਬੋਲਣ ਦੀ ਲੋੜ ਨਹੀਂ। ਇਹ ਉਹਨਾਂ ਨੇ ਇਸ ਤਰ੍ਹਾਂ ਲਿਖਿਆ ਵੀ ਬਿਨਾਂ ਡਰ ਤੋਂ ਪਾਠ ਕਰੋ, ਕੋਈ ਡਰਨ ਦੀ ਲੋੜ ਨਹੀਂ। ਇਹਨਾਂ ਧੁਨੀਆਂ ਨੂੰ ਭਾਸ਼ਾਵਾਂ ਦੇ ਵਿਉਂਤ ਅਨੁਸਾਰ ਨਾ ਬੋਲਣਾ ਉਚਾਰਨ ਨੂੰ ਰਸਹੀਣਤਾ ਬਣਾਉਂਦਾ ਹੀ ਹੈ। ਇਹ ਭਾਸ਼ਾਵਾਂ ਨਾਲ ਬੇਇਨਸਾਫੀ ਵੀ ਹੈ। ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੀ ਪੁਸਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਧ ਭਾਗ ਦੂਜਾ, ਜਿਹਦਾ ਨਾਂ ਹੈ ਗੁਰਬਾਣੀ ਉਚਾਰਨ, ਦੇ ਪੰਨਾ ਨੰਬਰ 61, 62, 63, ਮੱਧ ਨੰਬਰ 4.3.2
ਐੜਾ ਤੇ ਈੜੀ ਅਧੀਨ ਗੁਰਬਾਣੀ ਵਿੱਚੋਂ ਉਦਾਹਰਨਾਂ ਦੇ ਕੇ ਸਿੱਧ ਕੀਤਾ ਹੈ ਕਿ ਦੋਹਰੀਆਂ ਧੁਨੀਆਂ ਵਾਲੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦੀਆਂ ਪੈਰ ਬਿੰਦੀ ਵਾਲੀਆਂ ਧੁਨੀਆਂ ਉਚਾਰਨ ਦਾ ਜ਼ਰੂਰੀ ਭਾਗ ਹਨ। ਅੱਗੇ ਗੱਲ ਕਰਦੇ ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪੇ ਕਿਤਾਬ 'ਚ ਗੁਰਬਾਣੀ ਦਾ ਸ਼ੁੱਧ ਉਚਾਰਨ ਵਿੱਚ ਆਰਟੀਕਲ ਨੰਬਰ 9 ਅਧੀਨ ਪੰਨਾ ਨੰਬਰ 33, 34 ਅਤੇ 35 ਉੱਤੇ ਦੂਸਰੀਆਂ ਬੋਲੀਆਂ ਦੇ ਸ਼ਬਦਾਂ ਦਾ ਉਚਾਰਨ ਸਿਰਲੇਖ ਹੇਠ ਗੁਰਬਾਣੀ ਵਿੱਚੋਂ ਉਦਾਹਰਨਾਂ ਦੇ ਕੇ ਸਪਸ਼ਟ ਕੀਤਾ ਹੈ ਕਿ ਅਰਬੀ, ਫਾਰਸੀ ਅਤੇ ਸੰਸਕ੍ਰਿਤ ਵਿੱਚੋਂ ਆਏ ਸ਼ਬਦਾਂ ਨੂੰ ਉਹਨਾਂ ਵਿੱਚ ਵਰਤੀ ਭਾਸ਼ਾ ਅਨੁਸਾਰ ਬੋਲਣਾ ਹੀ ਸ਼ੁੱਧ ਪਾਠ ਦਾ ਅੰਗ ਹੈ। ਭਾਵ ਜੇ ਫਾਰਸੀ ਵਿੱਚੋਂ ਸ਼ਬਦ ਆਇਆ ਗੋਸ਼ ਤੇ ਇਸ ਨੂੰ ਗੋਸ਼ ਹੀ ਬੋਲਣਾ ਹੈ। ਭਾਵੇਂ ਸੱਸੇ ਵਾਰ ਬਿੰਦੀ ਨੂੰ ਪ੍ਰਗਟ ਕਰਨਾ ਸਾਡੇ ਕੋਲ ਚਿੰਨ ਉਦੋਂ ਨਹੀਂ ਸੀ, ਪਰ ਇਹਦੀ ਸਾਊਂਡ ਸੀ, ਉਹ ਸਾਊਂਡ ਤਾਂ ਬੋਲਣੀ ਬਣਦੀ ਹੈ। ਜੇ ਚਿੰਨ ਨਹੀਂ, ਸਾਊਂਡ ਤਾਂ ਫਾਰਸੀ ਦੇ ਸ਼ਬਦ ਜਿਹੜੇ ਉਹ ਨਾਲ ਹੀ ਲੈ ਕੇ ਆਏ ਆ, ਇਹ ਸਾਊਂਡ ਆਪਣੀ ਗਵਾ ਕੇ ਨਹੀਂ ਆਏ। ਅੱਗੇ ਊੜਾ ਨੰਬਰ 14 ਦੇ ਚੱਲਦੇ ਹਾਂ। ਗੁਰਬਾਣੀ ਵਿੱਚ ਵਿਰਾਮ ਦੀ ਵਰਤੋਂ। ਵਿਰਾਮ ਦਾ ਮਤਲਬ ਹੈ ਵਿਸ਼ਰਾਮ ਦੇ ਕੇ, ਥੋੜ੍ਹਾ ਵਿੱਚ ਪੌਜ਼ ਦੇ ਕੇ ਇਸ ਤਰ੍ਹਾਂ ਪੰਕਤੀ ਨੂੰ ਪੜ੍ਹਨਾ ਕਿ ਉਹਦੇ ਅਰਥ ਸਪਸ਼ਟ ਹੋ ਜਾਣ। ਇਹ ਵੀ ਗੱਲ ਕਾਰਜਸ਼ਾਲਾ ਨੇ ਨਹੀਂ ਮੰਨੀ ਕਿ ਵਿਰਾਮ ਦੇਣ ਦੀ ਲੋੜ ਨਹੀਂ। ਕਾਰਜਸ਼ਾਲਾ ਦੇ ਕਿਤਾਬ 'ਚ ਦੇ ਪੰਨਾ ਨੰਬਰ 26 5.3 ਉੱਪਰ ਲਿਖਿਆ ਹੈ ਕਿ ਉਚਾਰਨ ਦੀਆਂ ਧੁਨੀਆਂ ਨਾਲ ਵਿਰਾਮ ਦਾ ਕੋਈ ਸਬੰਧ ਨਹੀਂ। ਇਉਂ ਵਿਰਾਮ ਦੀ ਵਰਤੋਂ ਨੂੰ ਕਾਵਿ ਲੈਅ ਵਿੱਚ ਰੁਕਾਵਟ ਦੱਸਿਆ ਗਿਆ ਹੈ ਕਾਰਜਸ਼ਾਲਾ ਵੱਲੋਂ, ਅਤੇ ਕਿਹਾ ਗਿਆ ਹੈ ਕਿ ਜਦੋਂ ਸ਼ਬਦ ਤੁਕ ਬੰਦ ਦਾ ਭਾਵ ਗ੍ਰਹਿਣ ਕਰ ਰਹੇ ਹੁੰਦੇ ਹਾਂ ਤਾਂ ਵਿਰਾਮ ਦੀ ਕੋਈ ਲੋੜ ਨਹੀਂ ਹੁੰਦੀ। ਹੱਦ ਹੋ ਗਈ। ਸ਼ਬਦ ਤੁਕ ਤੇ ਬੰਦ ਦਾ ਭਾਵ ਤਾਂ ਹੀ ਪਤਾ ਲੱਗੇਗਾ ਜੇ ਇਸ ਨੂੰ ਜ਼ਰੂਰੀ ਵਿਰਾਮ ਦੇ ਕੇ ਬੋਲਾਂਗੇ। ਉਵੇਂ ਪੜ੍ਹਦੇ ਲੰਘ ਜਾਵਾਂਗੇ ਬਿਨਾਂ ਵਿਰਾਮ ਤੋਂ ਹੀ, ਵਿਰਾਮ ਦੇ ਸੰਕੇਤ ਤੋਂ ਬਿਨਾਂ ਹੀ ਲੰਘ ਜਾਵਾਂਗੇ ਤਾਂ ਇਹਨਾਂ ਤੁਕਾਂ ਦਾ ਭਾਵ ਕਿਵੇਂ ਗ੍ਰਹਿਣ ਹੋਏਗਾ। ਪਰ ਕਾਰਜਸ਼ਾਲਾ ਕਹਿੰਦੀ ਨਹੀਂ, ਕੋਈ ਵਿਰਾਮ ਦੀ ਲੋੜ ਨਹੀਂ। ਇੱਥੇ ਵਿਚਾਰੇ ਕੀਤੀ ਕਿ ਕਿਸੇ ਸ਼ਬਦ ਤੁਕ ਬੰਦ ਦਾ ਭਾਵ ਤਾਂ ਹੀ ਸਮਝ ਆਵੇਗਾ ਜੇ ਉਸ ਨੂੰ ਅਰਥ ਅਨੁਸਾਰ ਵਿਰਾਮ ਦੇ ਕੇ ਪੜ੍ਹਿਆ ਜਾਵੇ। ਜੇ ਤੁਕ ਦਾ ਪਾਠ ਕਰਨ ਨਾਲ ਪਾਠੀ ਜਾਂ ਸਰੋਤੇ ਨੂੰ ਉਸ ਦਾ ਸਹੀ ਭਾਵ ਹੀ ਨਹੀਂ ਪਤਾ ਲੱਗਦਾ ਤਾਂ ਅਜਿਹੇ ਉਚਾਰਨ ਦਾ ਲਾਭ ਨਹੀਂ ਹੈ। ਤਾਂ ਵੱਡੀ ਗੱਲ ਜਿਹੜੀ ਹੈ ਉਹ ਸਾਨੂੰ ਭਾਵ ਪਤਾ ਲੱਗਣਾ ਚਾਹੀਦਾ। ਸ਼ਬਦ ਦਾ ਜੇ ਭਾਵ ਹੀ ਨਹੀਂ ਪਤਾ ਲੱਗ ਰਿਹਾ ਤੇ ਫਿਰ ਉਹਦੇ ਆਪਣੀ ਮਰਜ਼ੀ ਨਾਲ ਪਾਠ ਕਰਨ ਦਾ ਉਹਦਾ ਕੀ ਅਰਥ ਬਣਦਾ। ਹੇਠ ਲਿਖੀਆਂ ਕੁਝ ਉਦਾਹਰਨਾਂ ਦੇਖੋ ਜਿੱਥੇ ਵਿਰਾਮ ਦੀ ਅਤੀ ਲੋੜ ਹੈ। ਪੇਸ਼ਤ, ਇੱਥੇ ਰੁਕਣਾ, ਇੱਥੇ ਵਿਰਾਮ ਹੈ, ਵਿਰਾਮ ਨਾਲ ਰੁਕਣਾ। ਪੇਸ਼ਤ ਨਜ਼ੀਕ ਰਾਖ ਰਾਮਾਨਾ, ਪੰਨਾ ਗੁਰੂ ਗ੍ਰੰਥ ਸਾਹਿਬ 1161 ਹੈ। ਅਤੇ ਕਾਰਜਸ਼ਾਲਾ ਕਹਿੰਦੀ ਹੈ ਕਿੱਦਾਂ ਪੜ੍ਹਨਾ, ਪੇਸ਼ਤ ਨਜ਼ੀਕ ਰਾਖ ਰਾਮਾਨਾ। ਤੋ ਇੱਥੋਂ ਅਰਥ ਇਹ ਨਿਕਲਦਾ ਕਿ ਸਵਰਗ ਦੇ ਨੇੜੇ ਰੱਖ, ਪੇਸ਼ਤ ਨਜ਼ੀਕ ਰਾਖ ਰਹਿਮਾਨਾ। ਅਰਥ ਗਲਤ ਹੋ ਗਿਆ। ਜੇ ਵਿਰਾਮ ਨਹੀਂ ਦਿੰਦੇ ਤਾਂ ਅਰਥ ਗਲਤ ਹੋ ਗਿਆ। ਤੋ ਵਿਰਾਮ ਹੈ ਪੇਸ਼ਤ, ਪੇਸ਼ਤ ਨਜ਼ੀਕ ਰਾਖ ਰਹਿਮਾਨਾ। ਤੂੰ ਮੈਨੂੰ ਨੇੜੇ ਰੱਖ, ਆਪਣੀ ਯਾਦ ਬਣਾ ਕੇ ਮੈਨੂੰ ਦੇ, ਆਪਣੀ ਯਾਦ ਮੇਰੇ ਮਨ 'ਚ ਟਿਕਾਈ ਰੱਖ। ਇਹ ਮੇਰੇ ਲਈ ਸਵਰਗ ਹੈ। ਇਹਦਾ ਅਰਥ ਅਸਲੀ ਇਹ ਆ। ਇਹ ਤਾਂ ਹੀ ਬਣੇਗਾ ਜੇ ਵਿਰਾਮ ਦੇਵਾਂਗੇ ਪੇਸ਼ਤ, ਨਹੀਂ ਤਾਂ ਅਰਥ ਨਹੀਂ ਬਣੇਗਾ। ਪਰ ਕਾਰਜਸ਼ਾਲਾ ਕਹਿੰਦੀ ਹੈ ਨਹੀਂ, ਵਿਰਾਮ ਦੀ ਕੋਈ ਲੋੜ ਨਹੀਂ, ਸਿੱਧਾ ਹੀ ਪੜ੍ਹੋ, ਤੁਰੇ ਜਾਓ। ਅੱਗੇ ਦੇਖੋ ਪੰਕਤੀ ਨੰਬਰ 2, ਕੀਟਾਂ ਅੰਦਰ ਕੀਟ, ਇੱਥੇ ਵਿਰਾਮ ਹੈ। ਕਰ ਦੋਸ਼ੀ, ਇੱਥੇ ਵਿਰਾਮ ਹੈ। ਦੋਸ਼ ਧਰੇ ਜਪਜੀ ਵਿੱਚੋਂ ਹੈ। ਇੱਥੇ ਇਸ ਪੰਕਤੀ 2 ਵਿਰਾਮ ਹੈ। ਇਹ ਤਾਂ ਸਪਸ਼ਟ ਹੁੰਦੇ ਆ। ਅਤੇ ਜੇ ਪੜ੍ਹੀਏ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਇਹ ਰੌਂਗ ਹੋ ਗਿਆ। ਦੋਸ਼ੀ ਦੋਸ਼ ਧਰੇ ਕਿਵੇਂ ਗੱਲ ਬਣਦੀ ਨਹੀਂ। ਜਿਹੜਾ ਦੋਸ਼ੀ ਆ ਉਹ ਦੋਸ਼ ਕਿਵੇਂ ਧਰ ਸਕਦਾ। ਅਤੇ ਰੱਬ ਨੂੰ ਦੋਸ਼ੀ ਬਣਾਤਾ ਇੱਥੇ, ਕਿਉਂਕਿ ਦੋਸ਼ ਲਾਉਣ ਵਾਲਾ ਤਾਂ ਰੱਬ ਹੈ, ਉਹਨੂੰ ਦੋਸ਼ੀ ਬਣਾਤਾ ਇੱਥੇ। ਅਤੇ ਇਸ ਕਰਕੇ 2 ਵਿਰਾਮ ਲੱਗਣਗੇ ਇੱਥੇ। ਨੰਬਰ 3 ਅਸੰਖ, ਇੱਥੇ ਵਿਰਾਮ ਹੈ। ਗ੍ਰੰਥ ਮੁੱਖ ਵੇਦ ਪਾਠ, ਅਤੇ ਜੇ ਕਹੀਏ ਅਸੰਖ ਗ੍ਰੰਥ ਮੁੱਖ ਵੇਦ ਪਾਠ, ਇਹਦਾ ਮਤਲਬ ਗ੍ਰੰਥ ਨਾਲ ਅਸੰਖ ਸ਼ਬਦ ਜੋੜ ਲਿਆ ਸੀ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖਾਂ ਹੀ ਗ੍ਰੰਥ ਹਨ ਜਿਹੜੇ ਮੂੰਹ ਨਾਲ ਵੇਦਾਂ ਦਾ ਪਾਠ ਕਰਦੇ ਨੇ। ਗੱਲ ਬਣਦੀ ਕੋਈ। ਅਸੰਖ ਗ੍ਰੰਥ ਨਹੀਂ, ਅਸੰਖ ਪਾਠ ਕਰਨ ਵਾਲੇ ਹਨ ਜਿਹੜੇ ਗ੍ਰੰਥਾਂ ਦਾ ਮੂੰਹ ਨਾਲ ਪਾਠ ਕਰਦੇ ਹਨ, ਵੇਦਾਂ ਦਾ ਪਾਠ ਕਰਦੇ। ਇਹ ਅਰਥ ਬਣਦਾ। ਇਹ ਬਣੂਗਾ ਤਾਂ ਜੇ ਅਸੰਖ 'ਤੇ ਵਿਰਾਮ ਦੇਵਾਂਗੇ।
ਚੌਥੀ ਉਦਾਹਰਨ ਵਿੱਚ ਗਾਵੈ ਕੋ ਜਾਪੈ ਦਿਸੈ ਦੂਰ, ਜਪਜੀ ਵਿੱਚ ਹੈ। ਇੱਥੇ ਗਾਵੈ ਕੋ, ਇੱਥੇ ਵਿਰਾਮ ਹੈ। ਗਾਵੈ ਕੋ, ਕੋਈ ਗਾਉਂਦਾ ਹੈ, ਕੀ ਗਾਉਂਦਾ ਹੈ? ਜਾਪੈ ਦਿਸੈ ਦੂਰ, ਵੀ ਰੱਬ ਬੜਾ ਦੂਰ ਜਾਪਦਾ ਹੈ। ਤੇ ਜੇ ਕੋਈ ਗਾਵੇ ਕੋ ਜਾਪੈ ਦਿਸੈ ਦੂਰ, ਇਹਦੇ ਨਾਲ ਅਰਥ ਸਪਸ਼ਟ ਨਹੀਂ ਹੁੰਦੇ। ਗਾਵੈ ਕੋ ਜਾਪੈ, ਇੰਨਾ ਵਿਰਾਮ ਦੇਣਾ। ਗਾਵੈ ਕੋ ਜਾਪੈ ਦਿਸੈ ਦੂਰ, ਇੰਨਾ ਵਿਰਾਮ ਦੇਣਾ ਬਸ। ਨੰਬਰ 5 ਤੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੇ ਕਾਰਜਸ਼ਾਲਾ ਕਹਿੰਦੀ ਇੱਦਾਂ ਪੜ੍ਹੋ। ਇੱਦਾਂ ਪੜ੍ਹਨਾ ਕੋਈ ਅਰਥ ਨਹੀਂ ਬਣਦਾ। ਪੜ੍ਹਨਾ ਕਿੱਦਾਂ? ਵਿਰਾਮ ਦੇ ਕੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਇੱਦਾਂ ਪੜ੍ਹਨਾ। ਇਹ ਵਿਰਾਮ ਦੇ ਕੇ ਇੱਦਾਂ ਪੜ੍ਹਾਂਗੇ ਤਾਂ ਅਰਥ ਸਪਸ਼ਟ ਹੋਣਗੇ। 2 ਵਿਰਾਮ ਵਿੱਚ ਆਉਂਦੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਤੋ ਜੁਗਤ ਨੂੰ ਡੰਡੇ ਨਾਲ ਨਹੀਂ ਜੋੜਨਾ ਜਿੱਦਾਂ ਆਮ ਪਾਠ ਚੱਲਦਾ, ਜੁਗਤ ਡੰਡਾ ਪ੍ਰਤੀਤ। ਜੁਗਤ ਨੂੰ ਜੋੜਨਾ ਕੁਆਰੀ ਕਾਇਆ ਨਾਲ, ਕਿਉਂਕਿ ਜੁਗਤ ਸ਼ਬਦ ਇਸਤਰੀ ਲਿੰਗ ਹੈ, ਉਹ ਡੰਡੇ ਨਾਲ ਨਹੀਂ ਜੁੜਦਾ, ਉਹ ਕੁਆਰੀ ਕਾਇਆ ਨਾਲ ਜੁੜਦਾ ਆ। ਇਹ ਵਿਆਕਰਨਕ ਪੱਖ ਵੀ ਹੈ ਵਿਰਾਮ ਦੇਣ ਦਾ, ਪਰ ਕਾਰਜਸ਼ਾਲਾ ਕਹਿੰਦੀ ਆ ਵਿਆਕਰਨ ਦਾ ਉਚਾਰਨ ਨਾਲ ਕੋਈ ਸੰਬੰਧ ਨਹੀਂ। ਇਹ ਕਾਰਜਸ਼ਾਲਾ ਨੇ ਆਪਣੀ ਕਿਤਾਬਚੇ ਵਿੱਚ ਲਿਖਿਆ ਕਿ ਵਿਆਕਰਨ ਦਾ ਉਚਾਰਨ ਨਾਲ ਕੋਈ ਸੰਬੰਧ ਨਹੀਂ। ਇਹ ਪਿਆਰੋ ਤੁਹਾਡੇ ਸਾਹਮਣੇ ਉਦਾਹਰਨਾਂ ਆ, ਇਹ ਵਿਆਕਰਨ ਹੀ ਹੈ ਜਿਹੜੀ ਇਹ ਸਾਨੂੰ ਵਿਰਾਮ ਲਾਉਣੇ ਦੱਸ ਰਹੀ ਹੈ। ਨੰਬਰ 6 ਅੰਤਰ ਵਸੈ ਨਾ ਬਾਹਰ ਜਾਏ, ਪੰਨਾ 728 ਉੱਪਰ ਹੈ। ਇੱਥੇ ਵਿਰਾਮ ਆਉਂਦਾ ਅੰਤਰ ਵਸੈ, ਨਾ ਨਹੀਂ ਜੋੜਨਾ ਇਹਦੇ ਨਾਲ। ਅੰਤਰ ਵਸੈ ਨਾ, ਅੰਦਰ ਵਸਦਾ ਨਹੀਂ, ਬਾਹਰ ਜਾਂਦਾ ਆ, ਇਹਦਾ ਅਰਥ ਬਣ ਜਾਂਦਾ ਹੈ। ਜੇ ਨਾ ਨੂੰ ਅਸੀਂ ਵਸੈ ਨਾਲ ਜੋੜ ਦਿੰਦੇ ਅਰਥ ਗਲਤ ਹੋ ਜਾਂਦਾ। ਨਾ ਨੂੰ ਬਾਹਰ ਨਾਲ ਜੋੜਨਾ, ਅੰਤਰ ਵਸੈ ਨਾ ਬਾਹਰ ਜਾਏ, ਇਹਦਾ ਅਰਥ ਬਣਦਾ ਇੱਦਾਂ। ਅੰਤਰ ਵਸੈ, ਅੰਦਰ ਵਸਦਾ ਹੈ, ਨਾ ਬਾਹਰ, ਇਹਨੂੰ ਲੱਭਣ ਲਈ ਬਾਹਰ ਨਹੀਂ ਜਾਣਾ। ਇਹ 7ਵੀਂ ਉਦਾਹਰਨ ਹੈ ਇਸ ਤਰ੍ਹਾਂ ਦੀ। ਅੰਤਰ ਵਸੈ ਨਾ ਲਾਗੈ ਜਮ ਪੀਰ, ਤੋ ਨਾ ਜਿਹੜਾ ਹੈ ਲਾਗੇ ਨਾਲ ਜੋੜਨਾ, ਵਸੇ ਨਾਲ ਨਹੀਂ ਜੋੜਨਾ ਹੈ। ਇਹ ਵਿਰਾਮ ਦਾ ਧਿਆਨ ਰੱਖਣਾ। ਨੰਬਰ 8 ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ, ਇਹਦਾ ਕੋਈ ਅਰਥ ਨਹੀਂ ਬਣਦਾ। ਲਗਾਤਾਰ ਪੜ੍ਹਨ ਨਾਲ ਵਿਰਾਮ ਦੇਣਾ। ਕਿੱਥੇ ਵਿਰਾਮ ਆਊਗਾ? ਤੂੰ ਕਰਤਾ ਕਰਨਾ, ਇੱਥੇ ਵਿਰਾਮ ਹੋਊਗਾ। ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ, ਕਰਤਾ ਤੂੰ ਹੈ, ਕਰਨਾ ਤੂੰ ਹੈ, ਮੈਂ ਕੁਝ ਵੀ ਨਹੀਂ ਹੈ, ਇਹਦਾ ਅਰਥ ਇੱਦਾਂ ਬਣਦਾ। ਪੰਨਾ 469 ਅੱਗੇ 9 ਨੰਬਰ ਤੇ ਉਦਾਹਰਨ ਹੈ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਹ ਵਿੱਚ ਲੱਤ ਮੋਹੀ, ਇੰਨੇ ਵਿਰਾਮ ਹੈ ਇਸ ਪੰਕਤੀ ਵਿੱਚ। ਜਦੋਂ ਕਿ ਕਾਰਜਸ਼ਾਲਾ ਕਹਿੰਦੀ ਹੈ ਕੋਈ ਵਿਰਾਮ ਦੇਣ ਦੀ ਲੋੜ ਨਹੀਂ, ਸਿੱਧਾ ਪੜ੍ਹਦੇ ਤੁਰੇ ਜਾਓ, ਸਿੱਧਾ ਪੜ੍ਹਦੇ ਤੁਰੇ ਜਾਓ ਬਿਨਾਂ ਵਿਰਾਮ ਤੋਂ ਹੀ, ਅਰਥ ਜੋ ਮਰਜ਼ੀ ਬਣੇ। ਪਤਾ ਨਹੀਂ ਇਹ ਸੋਚ ਜਿਹੜੀ ਹੈ ਇਹ ਉਹਨਾਂ ਨੇ ਕਿਵੇਂ ਇਹ ਅਪਣਾਈ ਹੈ। ਅਤੇ ਵਿਆਕਰਨ ਵੇਤਾ ਜਿਹੜੇ ਸਿੱਖ ਵਿਦਵਾਨ ਹੋਏ ਹਨ ਉਹਨਾਂ ਨੇ ਸਾਨੂੰ ਇਹ ਵਿਰਾਮ ਦੇ ਲਾਉਣ ਦੇ ਢੰਗ ਦੱਸੇ ਹਨ, ਸੇਧਾਂ ਦਿੱਤੀਆਂ ਹਨ ਕਿ ਵਿਰਾਮ ਲਾਉਣ ਨਾਲ ਪੰਕਤੀਆਂ ਦੇ ਅਰਥ ਸਪਸ਼ਟ ਹੁੰਦੇ ਹਨ। ਇਹਦੇ ਵਿਰਾਮ ਸਹਸ ਪਦ ਬਿਮਲ, ਇੱਥੇ ਵਿਰਾਮ ਆ ਗਿਆ। ਨਾਨ ਏਕ ਪਦ, ਇੱਥੇ ਵਿਰਾਮ ਆ ਗਿਆ। ਗੰਧ ਬਿਨ ਸਹਸ ਤਵ ਗੰਧ, ਇੱਥੇ ਵਿਰਾਮ ਆ ਗਿਆ। ਇਹ ਵਿੱਚ ਲੱਤ ਮੋਹੀ, ਇੰਨੇ ਇਹਦੇ ਵਿੱਚ ਵਿਰਾਮ ਦੇ ਤਾਂ ਅਰਥ ਸਪਸ਼ਟ ਹੁੰਦੇ। ਪਰ ਅੱਗੇ ਆ ਗਿਆ 10ਵੀਂ ਉਦਾਹਰਨ ਦੇ ਉੱਤੇ ਆਉਂਦੇ ਆ। ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਇਹ ਪੰਨਾ 1407 ਹੈ ਗੁਰੂ ਗ੍ਰੰਥ ਸਾਹਿਬ ਦਾ। ਇੱਥੇ ਵਿਰਾਮ ਨਾ ਦੇਵਾਂਗੇ ਅਰਥ ਬਿਲਕੁਲ ਉਲਟ ਹੋ ਜਾਂਦੇ ਆ। ਹੁਣ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜਨ ਪਾਤਸ਼ਾਹ ਆਏ ਆ ਭਗਤ ਉਤਰ ਕੇ, ਅਤੇ ਜੇ ਅਸੀਂ ਵਿਰਾਮ ਨਹੀਂ ਦਿੰਦੇ ਇਹਦਾ ਅਰਥ ਉਲਟ ਬਣ ਜਾਂਦਾ। ਅਤੇ ਵਿਰਾਮ ਕਿੱਥੇ ਦੇਣਾ? ਗੁਰੂ ਅਰਜੁਨ, ਇੱਥੇ ਵਿਰਾਮ ਦੇਣਾ। ਘਰ ਗੁਰੂ ਰਾਮਦਾਸ, ਅਤੇ ਜੇ ਕਹੀਏ ਗੁਰੂ ਅਰਜਨ ਘਰ, ਇੱਥੇ ਵਿਰਾਮ ਦਈਏ ਇਹਦਾ ਅਰਥ ਉਲਟ ਹੋ ਜਾਂਦਾ। ਤਾਂ ਵਿਰਾਮ ਜਿਹੜਾ ਹੈ ਉਹ ਗੁਰੂ ਅਰਜੁਨ 'ਤੇ ਹੋਣਾ, ਇੱਥੇ ਰੁਕਣਾ ਹਲਕਾ ਜਿਹਾ। ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਇੱਦਾਂ ਪਾਠ ਹੋਏਗਾ। ਅਤੇ ਵਿਰਾਮ ਦੇਣ ਦੀ ਬਹੁਤ ਲੋੜ ਹੈ, ਨਹੀਂ ਤਾਂ ਇੱਥੇ ਅਰਥ ਜਿਹੜੇ ਆ ਉਹਨਾਂ ਦੇ ਅਨਰਥ ਬਣਦੇ ਜਾਪਦੇ ਆ ਜੇ ਵਿਰਾਮ ਨਹੀਂ ਦਿੰਦੇ। ਇਸ ਤਰ੍ਹਾਂ 11ਵੀਂ ਪੰਕਤੀ ਵਿੱਚ ਗੁਰ ਅਰਜੁਨ, ਇੱਥੇ ਵਿਰਾਮ ਹੈ। ਕਰ ਗੁਰੂ ਰਾਮਦਾਸ ਅਨਪੜ੍ਹ ਠਹਿਰਾਇਓ, ਇਹ ਉਦਾਹਰਨਾਂ ਪੰਨਾ 1407 ਉੱਪਰੋਂ ਲਈਆਂ। 30 ਉਦਾਹਰਨ ਇੱਦਾਂ ਦੀ ਹੈ। ਗੁਰ ਅਰਜੁਨ ਕਰ ਗੁਰੂ ਰਾਮਦਾਸ ਅਪਰੰਪਰ ਬੀਣਾ, ਤੂੰ ਨੰਨੇ ਨੂੰ ਔਂਕੜ ਲਗਾਇਆ। ਗੁਰੂ ਅਰਜਨ ਸ਼ਬਦ ਜਿਹੜਾ ਹੈ ਨੰਨੇ ਨੂੰ ਔਂਕੜ ਲਗਾਇਆ,
ਤੇ ਇੱਥੇ ਇਹਦਾ ਮਤਲਬ ਇੱਥੇ ਰੁਕਣਾ ਹੈ, ਇੱਥੇ ਵਿਰਾਮ ਦੇਣਾ। ਰਾਮਦਾਸ ਸ਼ਬਦ ਦੇ ਸੱਸੇ ਨੂੰ ਔਂਕੜ ਨਹੀਂ, ਉਹ ਸੰਬੰਧ ਕਾਰਕ ਵਿੱਚ ਹੈ। ਗੁਰ ਵਿੱਚ ਰਾਰੇ ਨੂੰ ਔਂਕੜ ਸੰਬੰਧ ਕਾਰਕ ਰੂਪ ਵਿੱਚ ਹੈ। ਘਰ ਸ਼ਬਦ ਜਿਹੜਾ ਅਧਿਕਰਨ ਕਾਰਕ ਵਿੱਚ ਹੈ। ਗੁਰੂ ਰਾਮਦਾਸ ਜੀ ਦੇ ਘਰ ਵਿੱਚ ਤੋਂ ਘਰ ਸ਼ਬਦ ਜਿਹੜਾ ਗੁਰੂ ਰਾਮਦਾਸ ਜੀ ਨਾਲ ਜੁੜਨਾ ਆ, ਅਰਜੁਨ ਸ਼ਬਦ ਨਾਲ ਨਹੀਂ ਜੁੜਨਾ ਹੈ। ਇਸ ਕਰਕੇ ਗੁਰੂ ਅਰਜੁਨ ਇੱਥੇ ਵਿਰਾਮ ਜਿਹੜਾ ਤਿੰਨਾਂ ਪੰਕਤੀਆਂ ਵਿੱਚ ਆਏਗਾ ਤਾਂ ਅਰਥ ਜਿਹੜੇ ਆ ਉਹ ਠੀਕ ਰਹਿਣਗੇ, ਨਹੀਂ ਤਾਂ ਅਨਰਥ ਬਣਨਗੇ। ਉਦਾਹਰਨ ਨੰਬਰ 13, ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਇੱਦਾਂ ਪੜ੍ਹਿਆ ਜਾਏਗਾ। ਅੰਮ੍ਰਿਤ ਸ਼ਬਦ ਜਿਹੜਾ ਇੱਥੇ ਰੁਕਣਾ ਪਏਗਾ ਕਿਉਂਕਿ ਤੱਤੇ ਨੌਕੜ ਹੈ ਅਤੇ ਇਹ ਸਾਰੇ ਸ਼ਬਦ ਨਾਲ ਨਹੀਂ ਜੁੜਦਾ, ਸਾਰੇ ਸ਼ਬਦ ਹੋਰ ਹੈ। ਅੰਮ੍ਰਿਤ ਸ਼ਬਦ ਜਿਹੜਾ ਇਹਦਾ ਸੰਬੰਧ ਸਾਰੇ ਨਾਲ ਨਹੀਂ ਹੈ। ਇਹ ਸਾਨੂੰ ਵਿਆਕਰਨ ਦੱਸਦੀ ਹੈ। ਜਦੋਂ ਕੋਈ ਕਾਰਜਸ਼ਾਲਾ ਕਹਿੰਦੀ ਹੈ ਵਿਆਕਰਨ ਦੀ ਕੋਈ ਲੋੜ ਨਹੀਂ ਉਚਾਰਨ ਵਿੱਚ, ਪਾਸੇ ਰੱਖ ਦਿਓ ਵਿਆਕਰਨ ਨੂੰ ਉਚਾਰਨ ਸਮੇਂ, ਜੋ ਸੋਚ ਠੀਕ ਨਹੀਂ ਹੈ। ਤੋ ਇਹਦਾ ਪਾਠ ਹੋਗਾ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਇੱਥੇ ਰੁਕਣਾ ਸਾਰੇ। ਤੋ ਸਾਰੇ ਦਾ ਮਤਲਬ ਇੱਥੇ ਔਲ ਨਹੀਂ ਹੈ, ਸਾਰੇ ਦਾ ਮਤਲਬ ਹੈ ਸੰਭਾਲ ਕਰਨੀ। ਬਾਣੀ ਵਿੱਚ ਅੰਮ੍ਰਿਤ ਹੈ ਅਤੇ ਇਸ ਨੂੰ ਪੜ੍ਹਨ ਵਾਲਾ ਦੀ ਸੰਭਾਲ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਬਾਣੀ 'ਚ ਸਾਰੇ ਹੀ ਅੰਮ੍ਰਿਤ ਹਨ। ਸਾਰੇ ਸ਼ਬਦ ਅੰਮ੍ਰਿਤ ਨਾਲ ਨਹੀਂ ਜੁੜਦਾ ਕਿਉਂਕਿ ਵਿਆਕਰਨ ਕਹਿੰਦੀ ਹੈ ਕਿ ਤੱਤੇ ਨੂੰ ਔਂਕੜ ਲੱਗਾ ਆ ਅਤੇ ਇਹਦੇ ਨਾਲ ਸਾਰੇ ਸ਼ਬਦ ਨਹੀਂ ਜੁੜਨਾ। ਸਾਰੇ ਪਲੂਰਲ ਸ਼ਬਦ ਵਾਸਤੇ ਹੁੰਦਾ ਹੈ ਅਤੇ ਅੰਮ੍ਰਿਤ ਇੱਕ ਵਚਨ ਹੈ, ਅਤੇ ਜਾਂ ਤਾਂ ਅੰਮ੍ਰਿਤ ਸਾਰਾ ਹੁੰਦਾ ਤਾਂ ਜੁੜਨਾ ਸੀ। ਇਹ ਅੰਮ੍ਰਿਤ ਸਾਰੇ ਹੈ ਅਤੇ ਸਾਰੇ ਦਾ ਮਤਲਬ ਵੀ ਇੱਥੇ ਵਿਸ਼ੇਸ਼ਣ ਨਹੀਂ, ਔਲ ਨਹੀਂ। ਸਾਰੇ ਦਾ ਮਤਲਬ ਵੀ ਇੱਥੇ ਸਾਰ ਕਰਨਾ ਹੈ, ਸੰਭਾਲ ਕਰਨਾ ਹੈ। ਇਹ ਕਿਰਿਆ ਸ਼ਬਦ ਵਰਤਿਆ ਗਿਆ ਹੈ। 14ਵੀਂ ਉਦਾਹਰਨ ਲਈ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਥੇ ਨਾਨਕ ਸ਼ਬਦ ਜਿਹੜਾ ਹੈ ਇਹ ਕੱਕਾ ਜਿਹੜਾ ਵਿਆਕਰਨ ਅਨੁਸਾਰ ਮੁਕਤਾ ਹੈ ਅਤੇ ਵਿਆਕਰਨ ਅਨੁਸਾਰ ਇਹਦਾ ਅਰਥ ਬਣਦਾ ਹੈ ਹੇ ਨਾਨਕ ਆਖ। ਨਾਨਕ ਨੇ ਨਹੀਂ ਨਾਲ ਲਿਖਿਆ, ਇਹ ਤਾਂ ਰੱਬ ਨੇ ਲਿਖਿਆ ਨਾਲ। ਨਾਨਕ ਤਾਂ ਇੱਥੇ ਕਹਿਣ ਵਾਲਾ ਆ, ਹੇ ਨਾਨਕ ਤੂੰ ਇੱਦਾਂ ਕਹਿ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇੱਦਾਂ ਪਾਠ ਬਣੇਗਾ ਵਿਰਾਮ ਦੇ ਕੇ ਨਾਲ। 15ਵੀਂ ਉਦਾਹਰਨ ਹੈ ਕਬੀਰ ਗੂੰਗਾ ਹੁਆ ਬਾਵਰਾ, ਬਹਰਾ ਹੁਆ ਕਾਨ। ਪੰਨਾ 1374 ਹੈ। ਹੁਣ ਕਬੀਰ ਨਹੀਂ ਗੂੰਗਾ ਹੋ ਗਿਆ, ਕਬੀਰ ਨਹੀਂ ਬਾਵਰਾ ਹੋ ਗਿਆ। ਕਬੀਰ ਨੂੰ ਗੂੰਗਾ ਬਾਵਰਾ ਨਾਲ ਨਹੀਂ ਜੋੜਨਾ, ਕਬੀਰ ਤੇ ਵਿਰਾਮ ਦੇਣਾ। ਕਬੀਰ ਗੂੰਗਾ ਹੁਆ, ਇੱਦਾਂ ਪੜ੍ਹਨਾ। ਅਤੇ ਕਬੀਰ ਨੂੰ ਗੂੰਗਾ ਨਹੀਂ ਬਣਾਉਣਾ, ਕਬੀਰ ਗੂੰਗਾ ਹੁਆ ਬਾਵਰਾ। ਕਬੀਰ ਤੇ ਵਿਰਾਮ ਦੇਣਾ ਹੈ ਕਿਉਂਕਿ ਰਾਰਾ ਇਹਦਾ ਮੁਕਤਾ ਹੈ। ਕਬੀਰ ਦਾ ਵਿਆਕਰਨ ਅਨੁਸਾਰ ਇਹ ਕਬੀਰ ਸ਼ਬਦ ਜਿਹੜਾ ਇਹ ਵੀ ਸੰਬੋਧਨ ਕਾਰਕ ਵਿੱਚ ਹੈ, ਇਸ ਕਰਕੇ ਇੱਥੇ ਵਿਰਾਮ ਦੇਣਾ, ਹਲਕਾ ਵਿਰਾਮ ਹੈ। ਕਬੀਰ ਗੂੰਗਾ ਹੁਆ ਬਾਵਰਾ, ਬਹਰਾ ਹੁਆ ਕਾਨ। ਸੋ ਉਸ ਪ੍ਰਾਣੀ ਦਾ ਜਿਹੜੇ ਕੰਨ ਆ ਉਹ ਵੀ ਸਮਝ ਲਓ ਬੋਲੇ ਹੋ ਜਾਂਦੇ ਆ, ਮਾੜੀ ਗੱਲ ਨਹੀਂ ਸੁਣਦੇ, ਉੱਧਰੋਂ ਬੋਲੇ ਹੋ ਜਾਂਦੇ ਆ। ਗੂੰਗਾ ਹੁਆ, ਕੋਈ ਮੂੰਹ 'ਚੋਂ ਮਾੜੀ ਗੱਲ ਨਹੀਂ ਬੋਲਦੇ, ਬਾਵਰੇ ਜਿਹੇ ਹੋ ਜਾਂਦੇ ਆ, ਮੂੰਹ 'ਚੋਂ ਮਾੜੀ ਗੱਲ ਨਹੀਂ ਬੋਲਦੇ ਅਤੇ ਕੰਨਾਂ ਨਾਲ ਮਾੜੀ ਗੱਲ ਸੁਣਦੇ ਨਹੀਂ। ਕਿਉਂ? ਕਿਉਂਕਿ ਸਤਿਗੁਰੂ ਜਦੋਂ ਬਾਣ ਮਾਰਦਾ, ਤੀਰ ਮਾਰਦਾ ਹੈ, ਬੰਦੇ ਦੀ ਇਹ ਹਾਲਤ ਹੋ ਜਾਂਦੀ ਹੈ। ਸੋ ਵਿਚਾਰ ਆਪਾਂ ਇਹਦੀ ਕਰ ਲਈ ਹੈ ਅਤੇ ਅੱਗੇ ਆਪਾਂ ਚੱਲਦੇ ਹਾਂ। ਅਖੀਰ ਵਿੱਚ ਨੋਟ ਹੈ ਕਾਰਜਸ਼ਾਲਾ ਦੇ ਕਿਤਾਬ 'ਚ ਵਿੱਚ ਪੰਨਾ ਨੰਬਰ 6 ਉੱਤੇ ਗੁਰਬਾਣੀ ਵਿਆਕਰਨ ਅਨੁਸਾਰ ਪਾਠ ਕਰਨ ਨੂੰ ਰੱਦ ਕੀਤਾ ਗਿਆ ਹੈ। ਉਪਰੋਕਤ ਉਦਾਹਰਨ ਨੰਬਰ 1 ਤੋਂ 1 ਅਤੇ 10 ਤੋਂ 15 ਵਿੱਚ ਤੁਕਾਂ ਦਾ ਪਾਠ ਨਿਰੋਲ ਵਿਆਕਰਨ ਅਨੁਸਾਰ ਹੀ ਵਿਰਾਮ ਦੇ ਕੇ ਬਣਦਾ ਹੈ, ਨਹੀਂ ਤਾਂ ਅਰਥਾਂ ਦੇ ਅਨਰਥ ਹੁੰਦੇ ਹਨ। ਇਸ ਵਿਚਾਰ ਤੋਂ ਕੁਝ ਸਿੱਟੇ ਕੱਢੇ ਹਨ ਜੋ ਇਸ ਤਰ੍ਹਾਂ ਹਨ। ਨੰਬਰ 1 ਹੈ ਪਹਿਲੀ ਕਿਆਸ ਅਰਾਈ ਵਿੱਚੋਂ ਮੁਹਾਰਨੀ ਦੀ ਵਰਤੋਂ ਦੇ ਅਭਿਆਸ ਦਾ ਗੁਣ ਲੈ ਕੇ 10 ਮਾਤਰਾ ਨੂੰ ਨਿਸ਼ਚਿਤ ਧੁਨੀ ਅਨੁਸਾਰ ਸ਼ੁੱਧ ਬੋਲਣ ਦਾ ਅਭਿਆਸ ਕਰਨ ਦੀ ਲੋੜ ਹੈ। ਅਤੇ ਦੂਜੀ ਕਿਆਸ ਅਰਾਈ ਅਨੁਸਾਰ ਗੁਰਬਾਣੀ ਵਿੱਚ ਅਤੇ ਸਿੱਖ ਵਿਦਵਾਨਾਂ ਵੱਲੋਂ ਬਲ ਧੁਨੀ, ਵਿਆਕਰਨਕ ਨਾਸਕੀ ਧੁਨੀਆਂ, ਵਿਰਾਮਾਂ ਦੀ ਵਰਤੋਂ ਅਤੇ ਵਰਤੀਆਂ ਭਾਸ਼ਾਵਾਂ ਦੀਆਂ ਵਿਸ਼ੇਸ਼ ਧੁਨੀਆਂ ਭਾਵ ਪੈਰ ਬਿੰਦੀਆਂ ਦੀ ਵਰਤੋਂ ਦੇ ਦਿੱਤੇ ਉਚਾਰਨ ਸੰਕੇਤਾਂ ਨੂੰ
ਗੁਰਬਾਣੀ ਦੇ ਪਾਠ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਸਿੱਖ ਵਿਦਵਾਨ ਗੁਰਬਾਣੀ ਉਚਾਰਨ ਸੰਬੰਧੀ ਆਪਣੀ ਸਾਂਝੀ ਰਾਏ ਬਣਾਉਣ ਅਤੇ ਫੈਸਲੇ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਣ ਤਾਂ ਜੋ ਅਗਾਂਹ ਕੋਈ ਕਾਰਵਾਈ ਹੋ ਸਕੇ। ਦੂਜਾ ਸਿੱਟਾ ਤੋਂ ਇਹ ਨਿਕਲਦਾ, ਕਿਤਾਬ 'ਚ ਦੇ ਪੰਨਾ ਨੰਬਰ 31 ਉੱਤੇ ਸਿੱਖ ਰਹਿਤ ਮਰਜ਼ਾਦਾ ਨੂੰ ਚੁਣੌਤੀ ਦੇਣ ਵਾਲੇ ਨੂੰ ਮਨਮਤੀਆ ਅਤੇ ਕੁਮਤੀਆ ਕਹਿ ਕੇ ਕਾਰਜਸ਼ਾਲਾ ਵੱਲੋਂ ਕਿਹਾ ਗਿਆ ਕਿ ਸਿੱਖ ਰਹਿਤ ਮਰਜ਼ਾਦਾ ਨੂੰ ਚੁਣੌਤੀ ਦੇਣ ਵਾਲਾ ਮਨਮਤੀਆ ਹੈ ਤੇ ਕੁਮਤੀਆ ਹੈ। ਇਹ ਪਤਾ ਨਹੀਂ ਕਿਉਂ ਲਿਖਿਆ, ਗੱਲ ਤਾਂ ਉਚਾਰਨ ਦੀ ਹੋ ਰਹੀ ਹੈ ਗੁਰਬਾਣੀ ਦੀ, ਪਰ ਇਹ ਸਿੱਖ ਰਹਿਤ ਮਰਜ਼ਾਦਾ ਦਾ ਇਹ ਨੁਕਤਾ ਇਹ ਕਿਉਂ ਵਿੱਚ ਵਾੜਿਆ ਗਿਆ, ਕਿਉਂ ਵਿੱਚ ਖਾਮਖਾ ਲਿਖਿਆ ਗਿਆ, ਇਹਦੀ ਗੱਲ ਸਮਝ ਨਹੀਂ ਆਉਂਦੀ। ਪਰ ਸਮਝ ਜੋ ਪਈ ਆ ਉਹ ਇਹ ਹੈ ਕਿ ਇਹ ਤਾਂ ਲਿਖਿਆ ਕਿ ਦਸ਼ਮ ਗ੍ਰੰਥ ਦੀਆਂ ਨਿਤਨੇਮ ਆਦਿ ਕੁਝ ਪਾਈਆਂ ਰਚਨਾਵਾਂ ਨੂੰ ਗੁਰੂ ਦਾ ਦਰਜਾ ਦਿੱਤਾ ਜਾ ਸਕੇ, ਇਸ ਕਰਕੇ ਇਹ ਗੱਲ ਵਿੱਚ ਜਾਣ ਕੇ ਲਿਖੀ ਹੈ। ਜਦੋਂ ਕਿ 10ਵੇਂ ਗੁਰੂ ਜੀ ਨੇ ਖੁਦ ਦਮਦਮੀ ਬੀੜ ਤਿਆਰ ਕਰਵਾ ਕੇ ਇਸੇ ਨੂੰ ਹੀ ਗੁਰਿਆਈ ਬਖਸ਼ ਕੇ ਗੁਰੂ ਦਾ ਦਰਜਾ ਦਿੱਤਾ ਸੀ। ਭਾਵ ਜਿਹੜੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ 10ਵੇਂ ਪਾਤਸ਼ਾਹ ਨੇ ਦਰਜ ਕਰ ਦਿੱਤੀਆਂ ਉਹਨਾਂ ਕੋਲ ਹੀ ਗੁਰੂ ਦਾ ਦਰਜਾ ਹੈ। ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਛ ਰਹਿ ਗਿਆ ਉਹ ਕਿਸੇ ਵੀ ਰਚਨਾ ਕੋਲ ਗੁਰੂ ਦਾ ਦਰਜਾ ਨਹੀਂ ਹੈ, ਨਾ ਦਿੱਤਾ ਜਾ ਸਕਦਾ ਹੈ। ਭਾਵੇਂ ਭਾਈ ਗੁਰਦਾਸ ਦੀਆਂ ਵਾਰਾਂ, ਭਾਵੇਂ ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ, ਭਾਵੇਂ ਕਿੰਨੀਆਂ ਵੀ ਹੋਰ ਮਹਾਨ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਨ, ਉਹਨਾਂ ਵਿੱਚੋਂ ਕਿਸੇ ਵੀ ਰਚਨਾ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਪਰ ਇਹ ਗੱਲ ਕਿਤਾਬਚੇ ਵਿੱਚ ਤਾਂ ਲਿਖੀ ਗਈ ਹੈ ਕਿ ਜਿਹੜੀਆਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਆ ਉਹਨਾਂ ਨੂੰ ਗੁਰੂ ਬਰਾਬਰ ਮਾਨਤਾ ਦਿੱਤੀ ਜਾ ਸਕੇ। ਇਸ ਕਰਕੇ ਕਾਰਜਸ਼ਾਲਾ ਨੇ ਇਹ ਗੱਲ ਜਾਣ ਕੇ ਵਿੱਚ ਲਿਖ ਦਿੱਤੀ ਆ ਰਹਿਤ ਮਰਜ਼ਾਦਾ ਦੀ, ਹਾਲਾਂਕਿ ਇਹ ਜਿਹੜਾ ਟੌਪਿਕ ਹੈ ਰਹਿਤ ਮਰਜ਼ਾਦਾ ਦਾ ਨਹੀਂ ਸੀ। ਸਿੱਖ ਰਹਿਤ ਮਰਜ਼ਾਦਾ ਹੀ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦੀ ਵੀ ਗੁਰਬਾਣੀ ਮੰਨ ਕੇ ਪੜ੍ਹਾ ਰਹੀ ਹੈ, ਜਿਸ ਨਾਲ ਸਿੱਖਾਂ ਵਿੱਚ ਬਹੁਤ ਵਾਦ ਵਿਵਾਦ ਚੱਲ ਚੁੱਕਾ ਹੈ। ਗੁਰਬਾਣੀ ਉਚਾਰਨ ਦੇ ਵਿਸ਼ੇ ਵਿੱਚ ਸਿੱਖ ਰਹਿਤ ਮਰਜ਼ਾਦਾ ਦੇ ਵਿਸ਼ੇ ਨੂੰ ਚੁੱਕਣ ਦੀ ਕੋਈ